ਧੰਨ ਵਾਹਿਗੁਰੂ ਸਾਹਿਬ ਜੀ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸ਼ਰਨ ਆਏ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁਖ ਗਵਾਏ ਜੀਓ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨ ਆਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਹਮ ਅਵਗੁਣ ਭਰੇ, ਏਕ ਗੁਣ ਨਾਹੀ। ਅੰਮ੍ਰਿਤ ਛਾੜ ਵਿਖੈ ਵਿਖ ਖਾਈ। ਮਾਇਆ ਮੋਹ ਭਰਮ ਭੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਜਬ ਲਉ ਨਹੀਂ ਭਾਗ ਲਿਲਾਰੂ ਦੈ, ਤਬ ਲਉ ਭ੍ਰਮ ਤੇ ਫਿਰਤੇ ਬਹੁਤ ਆਇਓ। ਕਾਲ ਘੋਰ ਸਮੁੰਦਰ ਮੈਂ ਬੂੜਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋਨ
ਗਰਭ ਨਾ ਆਇਓ। ਸਤਨਾਮ ਸ਼੍ਰੀ ਵਾਹਿਗੁਰੂ। ਸਾਹਿਬ ਜੀ ਰਾਗ ਮਾਰੂ ਬਾਣੀ ਕਬੀਰ ਜੀਓ ਕੀ। ਇਕ ਓੰਕਾਰ ਸਤ ਗੁਰ ਪ੍ਰਸਾਦ। ਅਨਭਉ ਕਿਨੈ ਨਾ ਦੇਖਿਆ ਬੈਰਾਗੀਅੜੇ। ਬਿਨ ਭੈ ਅਨਭਉ ਹੋਏ ਵਣਾਹੰਬੈ। ਅਨਭਉ ਕਿਨੈ ਨਾ ਦੇਖਿਆ ਬੈਰਾਗੀਅੜੇ। ਬਿਨ ਭੈ ਅਨਭਉ ਹੋਏ ਵਣਾਹੰਬੈ। ਸ਼ਹਿ ਹਦੂਰ ਦੇਖੈ ਤਾਂ ਭਉ ਪਵੈ ਬੈਰਾਗੀਅੜੇ। ਹੁਕਮੈ ਬੂਝੈ ਤਾਂ ਨਿਰਭਉ ਹੋਏ ਵਣਾਹੰਬੈ। ਹਰ ਪਾਖੰਡ ਨਾ ਕੀਜਈ ਬੈਰਾਗੀਅੜੇ। ਪਾਖੰਡ ਰਤਾ ਸਭ ਲੋਗ ਵਣਾਹੰਬੈ। ਤ੍ਰਿਸ਼ਨਾ ਪਾਸ ਨ ਛੋਡਈ ਬੈਰਾਗੀਅੜੇ। ਮਮਤਾ ਜਾਲਿਆ ਪਿੰਡ ਵਣਾਹੰਬੈ। ਚਿੰਤਾ ਜਾਲ ਤਨ ਜਾਲਿਆ ਬੈਰਾਗੀਅੜੇ। ਜੇ ਮਨ ਮਿਰਤਕ ਹੋਏ ਵਣਾਹੰਬੈ। ਸਤਿਗੁਰ ਬਿਨ ਬੈਰਾਗ ਨਾ ਹੋਵਈ ਬੈਰਾਗੀਅੜੇ। ਜੇ ਲੋਚੈ ਸਭ ਕੋਏ ਵਣਾਹੰਬੈ। ਕਰਮ ਹੋਵੈ ਸਤਿਗੁਰ ਮਿਲੈ ਬੈਰਾਗੀਅੜੇ। ਸਹਿਜੇ ਪਾਵੈ ਸੋਏ ਵਣਾਹੰਬੈ। ਕਹੋ ਕਬੀਰ ਇੱਕ ਬੇਨਤੀ ਬੈਰਾਗੀਅੜੇ। ਮੋਹ ਕਉ ਭਉਜਲ ਪਾਰ ਉਤਾਰ ਵਣਾਹੰਬੈ। ਕਹੋ ਕਬੀਰ ਇੱਕ ਬੇਨਤੀ ਬੈਰਾਗੀਅੜੇ। ਮੋਹ ਕਉ ਭਉਜਲ ਪਾਰ ਉਤਾਰ ਵਣਾਹੰਬੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ
ਸਿਧਾਂਤਾਂ ਦੇ ਖਜ਼ਾਨੇ ਗੁਰਤਾ ਗੱਦੀ ਤੇ ਸੁਭਾਏਮਾਨ। ਸਰਬ ਸਾਂਝੀਵਾਲਤਾ ਦੇ ਪੈਗੰਬਰ, ਮਨੁੱਖਤਾ ਦੇ ਰਹਿਬਰ, ਸ਼ਬਦ ਗੁਰ ਪੀਰਾ। ਗਹਿਰ ਗੰਭੀਰਾ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਦੇ ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਵੱਡ ਭਾਗੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਦੀ ਅਪਾਰ ਕਿਰਪਾ ਅਤੇ ਰਹਿਮਤ ਸਦਕਾ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਆਪ ਜੀ ਨੇ ਗੁਰੂ ਸਵਾਰਿਆਂ ਦੇ ਪਾਸੋਂ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਰਸ ਭਿੰਨੇ ਸ਼ਬਦ ਕੀਰਤਨ ਸ਼ਰਵਣ ਕੀਤੇ ਨੇ। ਉਪਰੰਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਅਧੀਨ ਅੱਜ ਭਗਤ ਕਬੀਰ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਰਾਗ ਮਾਰੂ ਦੇ ਅੰਦਰ ਦਰਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1104 ਅਤੇ 5 ਦੇ ਉੱਪਰ ਸੁਭਾਏਮਾਨ ਸੰਪੂਰਨ ਸ਼ਬਦ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ। ਸਤਿਗੁਰੂ ਕਿਰਪਾ ਕਰਨ ਆਪਣੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਆਪ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਕਰਵਾ ਲੈਣ। ਬਖਸ਼ੋ ਆਸੀਸ ਸਰਬੱਤ ਸੰਗਤ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਲਵਾਈਏ ਗੁਰੂ ਚਰਨਾਂ ਵਿੱਚ ਹਾਜ਼ਰੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਦੋਂ ਭਾਈ ਗੁਰਦਾਸ ਦੇ ਕੋਲੋਂ ਆਦ ਬੀੜ ਦੀ ਸੰਪਾਦਨਾ ਕਰਵਾਈ ਹੈ, ਬਾਣੀ ਦੀ ਤਰਤੀਬ ਸਤਿਗੁਰੂ ਨੇ ਇਸ ਸੁਚੱਜੇ ਤਰੀਕੇ ਦੇ ਨਾਲ ਕੀਤੀ ਹੈ ਵੀ ਕੋਈ ਚਾਹਣ ਤੇ ਵੀ ਗੁਰਬਾਣੀ ਦੇ ਅੰਦਰ ਕੋਈ ਮਿਲਾਵਟ ਜਾਂ ਰਲਾ ਪਾਉਣਾ ਚਾਹੇ ਤੇ ਉਹ ਨਹੀਂ ਪਾ ਸਕਦਾ। ਗੁਰਬਾਣੀ ਦੀ ਤਰਤੀਬ ਸਤਿਗੁਰੂ ਨੇ ਇਸ ਤਰੀਕੇ ਦੇ ਨਾਲ ਵੀ ਜੇ ਸ਼ਬਦ ਨੇ ਤੇ ਸ਼ਬਦ ਪਹਿਲਾਂ ਗੁਰੂ ਨਾਨਕ ਸਾਹਿਬ ਦੇ, ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਜਿਹੜੀ ਬਾਣੀ ਹੈ ਉਹ ਕੇਵਲ 63 ਸ਼ਲੋਕ ਨੇ ਜਿਹੜੇ ਵਾਰਾਂ ਵਿੱਚ ਨੇ, ਫਿਰ ਤੀਜੇ ਪਾਤਸ਼ਾਹ, ਫਿਰ ਚੌਥੇ, ਪੰਜਵੇਂ, ਇਸ ਤਰੀਕੇ ਦੇ ਨਾਲ 9ਵੇਂ ਪਾਤਸ਼ਾਹ ਦੀ ਬਾਣੀ, ਫਿਰ ਜੇ ਅਸ਼ਟਪਦੀਆਂ ਨੇ ਪਹਿਲੇ ਪਾਤਸ਼ਾਹ ਤੋਂ ਲੈ ਕੇ 5ਵੇਂ ਪਾਤਸ਼ਾਹ ਤੱਕ ਵਾਰਾਂ ਨੇ, ਉਹਨਾਂ ਦੀ ਵੀ ਤਰਤੀਬ ਹੈ। ਤੇ ਜੇਕਰ ਭਗਤ ਬਾਣੀ ਹੈ ਤੇ ਭਗਤਾਂ ਦੀ ਬਾਣੀ ਦੇ ਵਿੱਚੋਂ ਸਭ ਤੋਂ ਪਹਿਲਾਂ ਬਾਣੀ ਹੈ ਬਾਬਾ ਕਬੀਰ ਜੀ ਦੀ, ਫਿਰ ਭਗਤ ਨਾਮਦੇਵ ਸਾਹਿਬ ਦੀ, ਭਗਤ ਰਵਿਦਾਸ ਜੀ ਦੀ। ਇਸ ਤਰੀਕੇ ਦੇ ਨਾਲ ਗੁਰਬਾਣੀ ਦੀ ਤਰਤੀਬ ਹੈ। ਤੇ ਸਤਿਗੁਰੂ ਨੇ ਪਹਿਲਾਂ ਕਿਰਪਾ ਕਰਕੇ ਦੱਸਿਆ ਵੀ ਇਹ ਬਾਣੀ ਕਿਹੜੇ ਭਗਤ ਸਾਹਿਬਾਨ ਦੀ ਹੈ, ਕਿਹੜੇ ਗੁਰੂ ਕੇ ਸਿੱਖ ਦੀ ਹੈ। ਇਸ ਕਰਕੇ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜਦੋਂ ਸੰਪਾਦਨਾ ਕਰਵਾ ਰਹੇ ਨੇ ਭਾਈ ਗੁਰਦਾਸ ਦੇ ਕੋਲੋਂ, ਤੇ ਸਭ ਤੋਂ ਪਹਿਲਾਂ ਸਤਿਗੁਰੂ ਨੇ ਰਾਗ ਦਾ ਨਾਮ ਦਿੱਤਾ ਹੈ। ਕਿਉਂ? ਰਾਗ ਦੀ ਬੜੀ ਮਹਾਨਤਾ ਹੈ। ਰਾਗ ਦੀ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸਭ ਤੋਂ ਪਹਿਲਾਂ ਰਾਗ ਦਾ ਨਾਮ ਆਉਂਦਾ, ਜਿਵੇਂ ਸ਼੍ਰੀ ਰਾਗ
महला पहला, माज महला पंजवां, गौड़ी महला तीजा। पहला राग का नाम है, फिर गुर व्यक्ति का नाम है कि किस शरीर दी, किस गुरु दी, किस भगत दी बाणी है। इस करके गुरु ग्रंथ साहिब महाराज की समुची बाणी 31 रागां विच है, ते समुची बाणी रागां दे आधार ते है, ते राग दे आधार ते गुरबाणी नूं गाउण दी हदायत सतगुरु ने कीती है। सब तो पहले राग मारू, मारू राग का नाम है। बाणी कबीर जीओ की, भगत कबीर साहब की बाणी आरंभ है। एक ओंकार सतगुर प्रसाद, अकाल पुरख परमात्मा एक है। आ जिन्ना असी ब्रह्म पसारा देख रहे हैं, ये उस एक दा है। वो आप सदीव काल रहन वाला सत है। ते ऐसा अकाल पुरख परमात्मा हजूर कहंदे वो मिलदा है गुरु की किरपा दे नाल। जिहड़ी भगत कबीर साहब ने अज इस पावन शब्द दे विच इनकलाबी विचारधारा साडी झोली विच पाई है, ते बड़ियां गजब दीयां गल्लां कबीर साहब ने इस पावन शब्द च कीतियां ने। इत्थे एक अणजान बैरागी नूं वार-वार कबीर साहब सुचेत करदे ने भी तू बैरागी बनिया, तू कह रहा है भी मैं बैरागी हाँ, मेरे अंदर बैराग है। पर कबीर साहब कहन लगे इकल्ला कहण नाल बैरागी नहीं बनिया जाना। कदी तू रब दे दीदार जां दर्शन अपनियां अखां दे नाल कीते ने, कदी तृष्णा दे अधीन रहा, बैरागी नहीं बनिया जाना। अपना घर बार छड्डिया ते पखंड कीतियां, कबीर साहब कहंदे बैरागी नहीं बनिया जाना। असल दे विच हे अणजान बैरागी, बैरागी तां बनिया जावेगा जे अंदर गुरु का ज्ञान होवेगा, सतगुरु की किरपा जे तेरे ते होवेगी ते अंदर सहज आवेगा, टिका आवेगा, ते तां तू बैरागी अखवा सकदा है, बल्कि नहीं। कबीर साहब ने शब्द की शुरुआत की है, कहंदे अन भौ किन्ने ना देखिया बैरागी अड़े। बैरागी अड़े का अर्थ है हे अनजान बैरागी। अनभव, अनभव उस अकाल पुरख परमात्मा का प्रकाश, ओदा तेज प्रताप, ओदे नाम का झलकारा कहंदे किने ना देखिया, अजे तक किसी ने नहीं देखिया। तू अपने आप नूं अखवा रहा भी मैं बैरागी हाँ। कहंदे बिन भै अनभव होए वणाहंब है। ये परमात्मा दे नाम का झलकारा, तेज प्रताप सतगुरु कहंदे उन्हां ते पैंदा, उन्हां ते किन्हां ते जिन्हां नूं संसार दा डर नहीं, जिन्हां नूं संसार दीयां दुनियावी वस्तुआं दा कोई भी डर नहीं, जिन्हां नूं डर एक अकाल पुरख परमात्मा दा है, जिन्हां ने एक निरभौ नूं ध्या के ते ओदा भौ अपने मन विच टिकाया है। सतगुरु कहंदे उन्हां दे उपर एक किरपा हुंदी, उन्हां नूं परमात्मा दे दीदार ते दर्शन हुंदे ने। पर केवल इकल्ला कहण दे नाल बैरागी सतगुरु कहंदे नहीं बनिया जाना। जेड़े दुनियावी संसार दे पदार्थां दा डर छड्ड के एक रब दा डर अपने मन विच टिका के रखदे ने, ते कबीर साहब कहंदे शह हदूर देखै तां भौ पवै बैरागी अड़े। इस करके रब तेरे अंग संग है, अंग संग ओनू हमेशा अपने नाल देख। शह हदूर देखै तां भौ पवै बैरागी अड़े। जदों तू मालक नू अपने अंग संग वसदा देखेगा, प्रतीत करेगा, ते तां रब दा डर तेरे मन हिरदे दे विच आ सकदा है, वस सकदा है, बल्कि नहीं। पर इस तरह हो रहा है
ਰੱਬ ਦੀ ਪ੍ਰਾਪਤੀ ਦੇ ਵਾਸਤੇ ਲੋਕਾਂ ਨੇ ਆਪਣਾ ਘਰ-ਬਾਰ ਛੱਡ ਦਿੱਤਾ। ਪਰ ਗੁਰਬਾਣੀ ਦਾ ਫੈਸਲਾ ਕੀ ਹੈ? ਕਬੀਰ ਸਾਹਿਬ ਆਖਦੇ ਨੇ ਵੀ ਗ੍ਰਹਿ ਤਜ ਬਨ ਖੰਡ ਜਾਈਏ ਚੁਣ ਖਾਈਏ ਕੰਦਾ ਅਜੋਂ ਬੇਕਾਰ ਨਾ ਛੋੜਈ ਪਾਪੀ ਮਨ ਮੰਦਾ। ਕਹਿੰਦੇ ਜੇ ਆਪਣਾ ਘਰ ਤਿਆਗ ਦਿੱਤਾ ਜਾਵੇ, ਵੀ ਘਰ ਪਰਿਵਾਰ ਦੇ ਵਿੱਚ ਰਹਿ ਕੇ ਉਹਦਾ ਅੰਨ ਭਉ ਪ੍ਰਕਾਸ਼ ਉਹਦੇ ਨਾਮ ਦਾ ਝਲਕਾਰਾ ਨਹੀਂ ਮਿਲ ਸਕਦਾ ਤੇ ਘਰ-ਬਾਰ ਛੱਡਿਆ, ਉਹਦੀ ਕਿਰਪਾ ਮੇਰੇ ਤੇ ਹੋ ਜਾਵੇਗੀ। ਫਿਰ ਕਬੀਰ ਸਾਹਿਬ ਕਹਿੰਦੇ ਗੱਲ ਬਿਲਕੁਲ ਗਲਤ ਹੈ। ਹੁਣ ਜਿਹਨੂੰ ਆਪਣੇ ਪਰਿਵਾਰ ਦੇ ਵਿੱਚ ਰੱਬ ਨਜ਼ਰ ਨਹੀਂ ਆਇਆ ਤੇ ਉਹਨੂੰ ਸੰਸਾਰ 'ਚ ਕਿੱਥੋਂ ਆਉਣਾ? ਇਸ ਕਰਕੇ ਗੁਰੂ ਸਵਾਰਿਓ ਸਭ ਤੋਂ ਪਹਿਲੀ ਗੱਲ ਹੈ ਵੀ ਜਿਹਨੂੰ ਪਰਿਵਾਰ ਦੇ ਵਿੱਚੋਂ ਰੱਬ ਨਜ਼ਰ ਆ ਗਿਆ ਉਹਨੂੰ ਸੰਸਾਰ ਦੇ ਵਿੱਚੋਂ ਵੀ ਆਏਗਾ। ਇਸ ਕਰਕੇ ਸਭ ਤੋਂ ਪਹਿਲੀ ਗੱਲ ਵੀ ਪਰਿਵਾਰ ਨਾਲ ਜਿਹਦੀ ਬਾਣ ਆ ਗਈ ਉਹਦੀ ਸੰਸਾਰ ਨਾਲ ਵੀ ਬਾਣ ਆਵੇਗੀ। ਜਿਹਦੀ ਸੰਸਾਰ ਨਾਲ ਬਾਣ ਆ ਗਈ ਉਹਦੀ ਨਿਰੰਕਾਰ ਨਾਲ ਵੀ ਬਾਣ ਆਏਗੀ। ਜਿਹਦੀ ਨਾ ਪਰਿਵਾਰ ਨਾਲ ਬਣੀ ਹੈ ਨਾ ਸੰਸਾਰ ਨਾਲ ਬਣੀ ਹੈ ਤੇ ਉਹਦੀ ਨਿਰੰਕਾਰ ਨਾਲ ਕਿੱਥੋਂ ਬਣ ਸਕਦੀ ਹੈ? ਇਸ ਕਰਕੇ ਲੋਕਾਂ ਨੇ ਬੈਰਾਗੀ ਬਣ ਕੇ ਜ਼ਿੰਦਗੀ ਬਤੀਤ ਕਰਨ ਦਾ ਢੌਂਗ ਤੇ ਪਖੰਡ ਰਚਿਆ, ਘਰ-ਬਾਰ ਛੱਡ ਦਿੱਤਾ। ਕਈਆਂ ਨੇ ਆਪਣੇ ਸਰੀਰ ਨੂੰ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ, ਪੈਰਾਂ ਤੋਂ ਜੁੱਤੀਆਂ ਖੋਲ ਦਿੱਤੀਆਂ, ਚੰਗੀ ਖੁਰਾਕ ਨਾ ਖਾਣੀ। ਤੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਉਹਨਾਂ ਦੇ ਜੀਵਨ ਦੀ ਹਾਲਤ ਨੂੰ ਆਪਣੀ ਬਾਣੀ ਦੇ ਵਿੱਚ ਬਿਆਨਿਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਵੀ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਬਹੁ ਭੇਖ ਕੀਆ ਹੋਇਆ ਕੀ ਦੇਹੀ ਦੁੱਖ ਦੀਆ ਸੌ ਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ। ਸਤਿਗੁਰੂ ਕਹਿੰਦੇ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਭਾਇਆ ਬਸਤਰ ਨਾ ਪਹਿਰੇ ਅਹਨਿਸ ਕਹਿਰੇ ਮੌਨ ਵਿਗੂਤਾ ਕਿਉਂ ਜਾਗੈ ਗੁਰਬਿਨ ਸੂਤਾ। ਪਾਗੋ ਪੇ ਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੈ ਪਤ ਗਵਾਈ ਵਿਣ ਨਾਮੈ ਕਿਛ ਥਾਏ ਨਾ ਪਾਈ ਰਹਿ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੈ ਫਿਰ ਪਛਤਾਣੀ। ਸਤਿਗੁਰ ਭੇਟੇ ਜਿਹੜਾ ਗੁਰੂ ਨੂੰ ਮਿਲੇ। ਅੱਜ ਕਬੀਰ ਸਾਹਿਬ ਨੇ ਗੱਲ ਹੀ ਇਹ ਕੀਤੀ ਹੈ, ਕਹਿੰਦੇ ਵੀ ਕੇਵਲ ਪਖੰਡਾਂ ਨਾਲ ਬੈਰਾਗੀ ਨਹੀਂ ਬਣਿਆ ਜਾਣਾ, ਤ੍ਰਿਸ਼ਨਾ ਦੇ ਅਧੀਨ ਰਿਆਂ ਬੈਰਾਗੀ ਨਹੀਂ ਬਣਿਆ ਜਾਣਾ, ਘਰ-ਬਾਰ ਛੱਡਿਆਂ ਬੈਰਾਗੀ ਨਹੀਂ ਬਣਿਆ ਜਾਣਾ। ਬੈਰਾਗੀ ਜੇ ਗੁਰੂ ਦੀ ਕਿਰਪਾ ਹੋਵੇਗੀ ਗੁਰੂ ਦੇ ਗਿਆਨ ਨਾਲ ਬਣਿਆ ਜਾਣਾ। ਇਸ ਕਰਕੇ ਸਤਿਗੁਰੂ ਕਹਿੰਦੇ ਘਰ-ਬਾਰ ਭਾਵੇਂ ਛੱਡ ਦਿੱਤਾ, ਜੰਗਲ 'ਚ ਜਾ ਕੇ ਆਪਣੇ ਸਰੀਰ ਨੂੰ ਕਸ਼ਟ ਦਿੱਤੇ, ਵਧੀਆ ਖੁਰਾਕ ਨਾ ਖਾਧੀ ਤੇ ਗੰਦਗੀ ਖਾਣ ਦੇ ਨਾਲ ਸਤਿਗੁਰੂ ਕਹਿੰਦੇ ਕਦੀ ਰੱਬ ਨਹੀਂ ਮਿਲਦਾ। ਇਸ ਕਰਕੇ ਸਰੀਰ ਨੂੰ ਕਸ਼ਟ ਦੇਣ ਨਾਲ ਰੱਬ ਨਹੀਂ ਮਿਲਣਾ। ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਆਸ ਅੰਦੇਸ਼ੇ ਤੇ ਨੇਹ ਕੇਵਲ ਹਉਮੈ ਸ਼ਬਦ ਜਲਾਏ। ਗੱਲ ਤਾਂ ਬਣਨੀ ਜੇ ਸ਼ਬਦ ਦੇ ਨਾਲ ਅੰਦਰੋਂ ਹਉਮੈ ਨੂੰ ਖਤਮ ਕਰ ਦਿੱਤਾ ਹੈ। ਸਤਿਗੁਰੂ ਕਹਿੰਦੇ ਗ੍ਰਹਿ ਤਜ ਜਿਨੇ ਆਪਣਾ ਘਰ ਛੱਡ ਦਿੱਤਾ ਹੈ, ਬਨ ਖੰਡ ਜਾਈਏ ਬਨ ਖੰਡ ਜੰਗਲਾਂ ਦੇ ਵਿੱਚ ਜਾ ਕੇ ਚੁਣ ਖਾਈਏ ਕੰਦਾ। ਕੰਦਾ ਦਾ ਅਰਥ ਹੈ ਧਰਤੀ ਦੇ ਵਿੱਚ ਪੈਦਾ ਹੋਣ ਵਾਲੀਆਂ ਚੀਜ਼ਾਂ ਖਾਣੀਆਂ, ਜਿਵੇਂ ਗਾਜਰ ਮੂਲੀ ਆਲੂ ਆਦਿਕ। ਇਹ ਖਾ ਕੇ ਆਪਣਾ ਗੁਜ਼ਾਰਾ ਕਰਨਾ ਤੇ ਇਹ ਕਹਿਣਾ ਵੀ ਅਸੀਂ ਬੜੇ ਵੱਡੇ ਬੈਰਾਗੀ ਆ, ਸਾਡੇ ਵਰਗਾ ਕੋਈ ਪੁੱਗਿਆ ਜੋਗੀ ਨਹੀਂ ਹੋ ਸਕਦਾ, ਸਾਡੇ ਵਰਗਾ ਪੁੱਗਿਆ ਸਿੱਧ ਨਹੀਂ ਹੋ ਸਕਦਾ। ਪਰ ਗੁਰਮਤਿ ਦਾ ਸਿਧਾਂਤ ਕੀ ਹੈ?
ਗੁਰਮਤਿ ਨੇ ਆਖਿਆ ਵੀ ਆਪਣੇ ਘਰ ਪਰਿਵਾਰ ਗ੍ਰਸਤੀ ਜੀਵਨ ਦੇ ਵਿੱਚ ਰਹਿ ਕੇ ਵੀ ਰੱਬ ਪਾਇਆ ਜਾ ਸਕਦਾ ਹੈ। ਇਸ ਕਰਕੇ ਸਤਿਗੁਰੂ ਨੇ ਘਰ ਪਰਿਵਾਰ ਦੇ ਵਿੱਚ ਰਹਿ ਕੇ ਜ਼ਿੰਦਗੀ ਜਿਉਣ ਦੀ ਜਾਚ ਸਿਖਾਈ ਹੈ ਤੇ ਆਖਿਆ ਵੀ ਆਪਣੇ ਘਰ ਪਰਿਵਾਰ ਦੇ ਵਿੱਚ ਰਹਿ ਕੇ ਰੱਬ ਨੂੰ ਪਾਇਆ ਜਾ ਸਕਦਾ ਹੈ। ਇਸ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਪੁੱਗੇ ਹੋਏ ਜੋਗੀਆਂ ਦੇ ਨਾਲ ਵਿਚਾਰ ਕੀਤੀ ਹੈ ਤੇ ਸਤਿਗੁਰੂ ਜੋਗੀਆਂ ਨੂੰ ਇਹ ਗੱਲ ਆਖਦੇ ਨੇ ਵੀ ਤੁਸੀਂ ਗ੍ਰਸਤੀ ਜੀਵਨ ਨੂੰ ਆਪਣੀ ਜ਼ੁਬਾਨ ਤੋਂ ਭੰਡ ਰਹੇ ਹੋ, ਪਰ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਫਿਰ ਗ੍ਰਸਤੀਆਂ ਦੇ ਘਰਾਂ ਦੇ ਵਿੱਚ ਮੰਗਣ ਵਾਸਤੇ ਤੁਸੀਂ ਜਾਂਦੇ ਹੋ। ਔਰਤ ਨੂੰ ਜ਼ੁਬਾਨ ਤੋਂ ਮੂੰਹ ਤੋਂ ਭੰਡ ਰਹੇ ਹੋ, ਬਦਨਾਮ ਕਰਦੇ ਹੋ, ਪਰ ਉਸੇ ਔਰਤ ਦੇ ਹੱਥਾਂ ਦਾ ਤਿਆਰ ਕੀਤਾ ਪ੍ਰਸ਼ਾਦਾ ਭੋਜਨ ਤੁਸੀਂ ਗ੍ਰਸਤੀਆਂ ਦੇ ਘਰਾਂ ਦੇ ਵਿੱਚੋਂ ਮੰਗ ਕੇ ਛਕ ਰਹੇ ਹੋ। ਇਸ ਕਰਕੇ ਹੋਏ ਅਤੀਤ ਗ੍ਰਸਤ ਤਜ, ਫਿਰ ਉਹਨਾਂ ਦੇ ਘਰ ਮੰਗਣ ਜਾਈ। ਤੁਸੀਂ ਅਤੀਤ ਬਣ ਗਏ ਹੋ, ਬੈਰਾਗੀ ਜੋਗੀ ਬਣੇ ਹੋ, ਗ੍ਰਸਤੀ ਜੀਵਨ ਛੱਡ ਦਿੱਤਾ ਹੈ, ਫਿਰ ਜਦੋਂ ਭੁੱਖ ਲੱਗਦੀ ਹੈ ਤੇ ਉਹਨਾਂ ਦੇ ਘਰ ਹੀ ਤੁਸੀਂ ਮੰਗਣ ਵਾਸਤੇ ਜਾ ਰਹੇ ਹੋ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਿਧਾਂਤ ਕੀ ਹੈ? ਸਤਿਗੁਰੂ ਜੋਗੀਆਂ ਨੂੰ ਵੀ ਇਹ ਗੱਲ ਆਖ ਰਹੇ ਨੇ। ਜੇਕਰ ਸਿੱਧ ਪੁੱਛਦੇ ਨੇ ਸਤਿਗੁਰੂ, ਦੁਨੀਆ ਸਾਗਰ ਦੋਤਰ ਕਹੀਏ ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਆਉਦੂ ਨਾਨਕ ਦੇ ਸੱਚਾ ਵਿਚਾਰੋ। ਸਿੱਧ ਗੋਸ਼ਟ ਬਾਣੀ ਦੇ ਅੰਦਰ ਸਿੱਧ ਇੱਕ ਤੋਂ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਵਾਲ ਕਰਦੇ ਨੇ। ਇਹ ਸਵਾਲ ਹੈ ਸਿੱਧਾਂ ਦੀ ਤਰਫੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿ ਸਤਿਗੁਰੂ ਦੁਨੀਆ ਸਾਗਰ, ਆ ਜਿੰਨੀ ਦੁਨੀਆ ਇਹ ਸੰਸਾਰ ਸਮੁੰਦਰ ਇਹ ਸਾਗਰ ਹੈ ਭਵਜਲ, ਕਿਉਂ ਕਰ ਪਾਈਏ ਪਾਰੋ, ਪਰ ਇਹਨੂੰ ਪਾਰ ਕਿਵੇਂ ਹੋਇਆ ਜਾ ਸਕਦਾ ਹੈ? ਚਰਪਟ ਬੋਲੇ ਆਉਦੂ ਨਾਨਕ ਦੇ ਸੱਚਾ ਵਿਚਾਰੋ। ਇਹ ਚਰਪਟ ਸਿੱਧ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਹੈ ਵੀ ਮੈਨੂੰ ਸੱਚ ਦੀ ਵਿਚਾਰ ਦੱਸੋ, ਤਰਿਆ ਕਿਵੇਂ ਜਾਣਾ ਹੈ? ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਨਹੀਂ ਆਖਿਆ ਵੀ ਤੁਸੀਂ ਆਪਣੇ ਸਰੀਰ ਤੋਂ ਕੱਪੜੇ ਲਾ ਕੇ ਤੇ ਨਗਨ ਹੋ ਕੇ ਜ਼ਿੰਦਗੀ ਤੇ ਜੀਵਨ ਬਤੀਤ ਕਰੋ, ਤੁਹਾਨੂੰ ਰੱਬ ਮਿਲ ਸਕਦਾ। ਨਹੀਂ, ਇਹ ਨਹੀਂ ਆਖਿਆ ਸਤਿਗੁਰੂ ਨੇ ਵੀ ਗ੍ਰਸਤੀ ਜੀਵਨ ਛੱਡ ਦਿਓ ਤੇ ਰੱਬ ਮਿਲ ਸਕਦਾ। ਸਤਿਗੁਰੂ ਕਹਿੰਦੇ ਰਹਿਣਾ ਤੁਸੀਂ ਪਰਿਵਾਰ ਵਿੱਚ ਹੈ, ਘਰ ਵਿੱਚ, ਪਰ ਰਹਿਣਾ ਕਿਸ ਤਰ੍ਹਾਂ? ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨ ਛਾਣੈ, ਸ਼ਬਦ ਸੁਰਤ ਭਾਵ ਸਾਗਰ ਤਰੀਐ, ਨਾਨਕ ਨਾਮ ਵਿਖਾਣੈ। ਪਰ ਅੱਜ ਸਾਡੇ ਲੋਕ ਵੀ ਇਸ ਗੱਲ ਦਾ ਪ੍ਰਚਾਰ ਕਰ ਰਹੇ ਨੇ ਵੀ ਸਾਡੇ ਬਾਬਾ ਜੀ ਨੇ, ਸਾਡੇ ਮਹਾਂਪੁਰਸ਼ਾਂ ਨੇ ਵਿਆਹ ਨਹੀਂ ਕਰਾਇਆ, ਫਿਰ ਇਹਦਾ ਮਤਲਬ ਸਾਡੇ ਮਹਾਂਪੁਰਸ਼ ਬਚਣ ਦੇ ਬਲੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨਾਲੋਂ। ਗੁਰੂ ਨਾਨਕ ਸਾਹਿਬ ਮਹਾਰਾਜ ਤਾਂ ਖੁਦ ਆਪ ਗ੍ਰਸਤੀ ਨੇ ਤੇ ਭਾਈ ਗੁਰਦਾਸ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖਣ ਦਾ ਮਾਣ ਸਤਿਕਾਰ ਪ੍ਰਾਪਤ ਹੋਇਆ, ਉਹ ਖੁਦ ਇਹ ਗੱਲ ਲਿਖਦੇ ਨੇ ਵੀ ਗਿਆਨਣ ਮੈਂ ਗਿਆਨ ਅਰ ਧਿਆਨਣ ਮੈਂ ਧਿਆਨ, ਗੁਰ ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਲਿਖਣ ਵਾਲੇ ਗੁਰੂ ਕੇ ਪਿਆਰੇ ਸਿੱਖ ਨਾਲੋਂ ਫਿਰ ਅੱਜ ਕੱਲ ਦੇ ਮਹਾਂਪੁਰਸ਼ ਉੱਚੇ ਸੁੱਚੇ ਜੀਵਨ ਵਾਲੇ ਨੇ। ਭਾਈ ਗੁਰਦਾਸ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਦੇ ਘਰ ਦਾ ਸਿੱਖ ਹੋਇਆ ਪਿਆਰਾ, ਜਿਨੇ ਆਪਣੀ ਕਲਮ ਤੋਂ ਆਪ ਬਹੁਤ ਸੁੰਦਰ ਕਵਿਤ ਤੇ ਵਾਰਾਂ ਦੀਆਂ ਪੌੜੀਆਂ ਲਿਖੀਆਂ ਨੇ। ਉਹ ਗੁਰਮਤ ਦੇ ਦਾਰਸ਼ਨਿਕ ਦੇ ਨਾਲੋਂ ਫਿਰ ਅੱਜ ਕੱਲ ਦੇ ਲੋਕ ਉੱਚੇ ਨੇ। ਹੁਣ ਗੁਰੂ ਸਵਾਲ, ਜਿਸ ਬਾਬੇ ਜਾਂ ਜਿਸ ਸਾਧ ਦੀ ਆਪਣੀ ਧੀ ਨਹੀਂ, ਉਹਨੂੰ ਕੀ ਪਤਾ ਹੈ ਧੀ ਦਾ ਪਿਆਰ ਕੀ ਹੁੰਦਾ ਹੈ? ਜਿਹੜੇ ਬਾਬੇ ਦਾ ਖੁਦ ਆਪਣਾ ਪਰਿਵਾਰ ਨਹੀਂ, ਉਹਨੂੰ ਕੀ ਪਤਾ ਵੀ ਗ੍ਰਸਤੀ ਜੀਵਨ ਦੇ ਅੰਦਰ ਜਿਉਂਦਿਆਂ ਹੋਇਆਂ ਕਿਹੜੀਆਂ ਔਕੜਾਂ, ਮੁਸੀਬਤਾਂ ਜਾਂ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਧੀ ਨੂੰ ਬਣਦਾ ਪਿਆਰ ਸਤਿਕਾਰ ਤਾਂ ਉਹੀ ਦੇ ਸਕਦਾ ਹੈ ਨਾ ਜਿਹਨੇ ਧੀ ਦੇ ਪਿਆਰ ਨੂੰ ਦੇਖਿਆ ਤੇ ਮਾਣਿਆ। ਜਿਹੜੇ ਬਾਬੇ ਦੀ ਆਪਣੀ ਧੀ ਨਹੀਂ, ਉਹਨੇ ਸਾਡੀਆਂ ਧੀਆਂ ਨੂੰ ਕੀ ਸਤਿਕਾਰ ਦੇਣਾ ਹੈ। ਇਸ ਕਰਕੇ 12-12 ਸਾਲਾਂ ਦੀਆਂ ਬੱਚੀਆਂ ਦੇ ਨਾਲ ਉਹ ਕੁਕਰਮ ਇਹਨਾਂ ਸਾਧਾਂ ਨੇ ਕੀਤੇ ਨੇ ਜਿਨ੍ਹਾਂ ਨੂੰ ਅਸੀਂ ਬਾਪੂ ਕਹਿ ਕੇ ਬੁਲਾ ਰਹੇ ਹਾਂ। ਪਰ ਕਿੰਨਾ ਚੰਗਾ ਹੁੰਦਾ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕਨਸੈਪਟ ਨੂੰ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਤੇ ਜੀਵਨ ਵਿੱਚ ਲਾਗੂ ਕੀਤਾ ਹੁੰਦਾ। ਸਤਿਗੁਰੂ ਸਿੱਧਾ ਨੂੰ ਇਹ ਗੱਲ ਆਖਦੇ ਵੀ ਤੁਸੀਂ ਘਰ ਪਰਿਵਾਰ ਨਹੀਂ ਛੱਡਣਾ, ਪਰਿਵਾਰ ਵਿੱਚ ਰਹਿਣਾ। ਪਰ ਪਰਿਵਾਰ ਵਿੱਚ ਕਿਵੇਂ ਰਹਿਣਾ? ਸਿੱਧਾਂ ਦਾ ਸਵਾਲ ਹੈ ਵੀ ਦੁਨੀਆ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ। ਆ ਦੁਨੀਆ ਸਾਗਰ ਬੜਾ ਦੁਤਾਰ ਹੈ, ਨਾ ਤਰਿਆ ਜਾਣ ਵਾਲਾ, ਕਿਵੇਂ ਪਾਰ ਹੋਈਏ? ਗੁਰੂ ਨਾਨਕ ਸਾਹਿਬ ਮਹਾਰਾਜ ਜਵਾਬ ਦਿੰਦੇ ਨੇ, ਜੈਸੇ ਜਲ ਮੈਂ ਕਮਲ ਨਿਰਾਲਮ। ਕਹਿੰਦੇ ਜਿਵੇਂ ਪਾਣੀ ਦੇ ਵਿੱਚ ਕਮਲ ਦਾ ਫੁੱਲ ਉੱਗਦਾ ਹੈ, ਪਾਣੀ ਦੇ ਵਿੱਚ ਖਿੜਦਾ ਹੈ, ਪਰ ਕਦੀ ਦੇਖਿਓ ਕਮਲ ਦੇ ਫੁੱਲ ਨੇ ਆਪਣੀਆਂ ਉਹਨਾਂ ਪੱਤੀਆਂ ਨੂੰ, ਪੰਖੜੀਆਂ ਨੂੰ ਕਦੀ ਪਾਣੀ 'ਚ ਭਿੱਜਣ ਨਹੀਂ ਦਿੱਤਾ, ਗਿੱਲਿਆ ਨਹੀਂ ਹੋਣ ਦਿੱਤਾ, ਬਿਲਕੁਲ ਨਿਰਲੇਪ ਰਹਿੰਦਾ, ਸੁੱਕਾ। ਤੇ ਜੇ ਪਾਣੀ ਦਾ ਤੁਪਕਾ ਬੂੰਦ ਉਹਦੇ ਤੇ ਪਏ ਤੇ ਉਵੇਂ ਹੀ ਝੜ ਜਾਂਦਾ ਹੈ। ਕਦੀ ਕਮਲ ਦੇ ਫੁੱਲ ਨੇ ਆਪਣੀਆਂ ਪੱਤੀਆਂ ਨੂੰ ਭਿੱਜਣ ਨਹੀਂ ਦਿੱਤਾ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਛਾਣੈ। ਤੁਸੀਂ ਤਰਨ ਦੀ ਗੱਲ ਕਰਦੇ ਹੋ, ਸਤਿਗੁਰੂ ਕਹਿੰਦੇ ਉੱਡਣ ਦੀ ਵੀ ਸਮਰੱਥਾ ਰੱਖਦੇ ਨੇ, ਉੱਡਣ ਦੀ। ਤੁਸੀਂ ਤਰਨ ਦੀ ਗੱਲ ਕਰਦੇ ਹੋ, ਉੱਡਣ ਦੀ, ਮੁਰਗਾਈ ਦੀ ਤਰ੍ਹਾਂ। ਜਿਹੜੇ ਘਰ ਗ੍ਰਸਤੀ ਜੀਵਨ, ਪਰਿਵਾਰ, ਧੀਆਂ ਪੁੱਤਰਾਂ ਬੱਚਿਆਂ ਵਿੱਚ ਰਹਿੰਦੇ ਨੇ, ਜਿਵੇਂ ਇੱਕ ਮੁਰਗਾਈ ਪਾਣੀ ਵਿੱਚ ਤੈਰਦੀ ਹੈ, ਪਰ ਉਹ ਇੰਨੀ ਸਮਰੱਥਾ ਰੱਖਦੀ ਵੀ ਪਾਣੀ ਵਿੱਚ ਤਰਦੀ ਵੀ ਆਪਣੇ ਖੰਭਾਂ ਨੂੰ, ਪੰਖਾਂ ਨੂੰ ਪਾਣੀ ਦੇ ਵਿੱਚ ਭਿੱਜਣ ਨਹੀਂ ਦਿੰਦੀ, ਬਿਲਕੁਲ ਸੁੱਕੀ ਹੈ। ਤੇ ਕਈ ਵਾਰੀ ਪਾਣੀ 'ਚ ਤਰਦੀ ਵੀ ਉਹ ਉਡਾਰੀ ਲਾ ਜਾਂਦੀ ਹੈ। ਸਤਿਗੁਰੂ ਕਹਿੰਦੇ ਰਹਿਣਾ ਪਰਿਵਾਰ ਵਿੱਚ, ਅੰਜਨ ਮਾਹੇ ਨਿਰੰਜਨ ਰਹੀ ਹੈ। ਅੰਜਨ ਦਾ ਅਰਥ ਹੈ ਸੁਰਮਾ, ਸੁਰਮਾ ਬਣਦਾ ਕਾਲਖ ਤੋਂ। ਮਾਇਆ ਦੀ ਕਾਲਖ ਵਿੱਚ ਰਹਿ ਕੇ ਨਿਰਅੰਜਨ ਰਹੀ ਹੈ। ਇਸ ਕਾਇਆ, ਇਸ ਕਾਲਖ ਤੋਂ, ਸੁਰਮੇ ਤੋਂ ਨਿਰਲੇਪ ਰਹਿਣਾ। ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਏਵ ਪਾਈ ਹੈ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਛਾਣੈ। ਸਤਿਗੁਰੂ ਕਹਿੰਦੇ ਸੁਰਤ ਸ਼ਬਦ ਭਵ ਸਾਗਰ ਤਰੀ ਹੈ। ਸਾਡੀ ਜਿਹੜੀ ਸੁਰਤ ਹੈ ਇਹ ਸ਼ਬਦ ਦੇ ਵਿੱਚ ਜੁੜੀ ਹੋਵੇ, ਸ਼ਬਦ ਵਿੱਚ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੈ। ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਤੇ ਸਤਿਗੁਰੂ ਕਹਿੰਦੇ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਣਾ। ਇਸ ਕਰਕੇ ਘਰ ਬਾਹਰ ਛੱਡਿਆ ਨਹੀਂ। ਕਬੀਰ ਸਾਹਿਬ ਕਹਿੰਦੇ ਗ੍ਰਹਿ ਤਜ ਬਨ ਖੰਡ ਜਾਈਐ, ਚੁਣ ਖਾਈਐ ਕੰਦਾ। ਕਿ ਘਰ ਛੱਡਣ ਦੇ ਨਾਲ, ਸਰੀਰ ਤੋਂ ਕੱਪੜੇ ਉਤਾਰਨ ਦੇ ਨਾਲ, ਨਗਨ ਬਣਨ ਦੇ ਨਾਲ, ਪੈਰਾਂ ਤੋਂ ਜੁੱਤੀਆਂ ਤੇ ਜੋੜੇ ਖੋਲਣ ਦੇ ਨਾਲ, ਧੂਣੀਆਂ ਤਪਾ ਕੇ ਬੈਠਣ ਨਾਲ ਕੀ ਅੰਦਰੋਂ ਵਿਕਾਰ ਖਤਮ ਹੋ ਸਕਦੇ ਨੇ? ਕਬੀਰ ਸਾਹਿਬ ਕਹਿੰਦੇ ਕਦੀ ਵੀ ਨਹੀਂ। ਨਾ ਕਾਮ ਖਤਮ ਹੋ ਸਕਦਾ ਹੈ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਹੰਕਾਰ। ਜੇ ਇਹਨਾਂ ਤਰੀਕਿਆਂ ਦੇ ਨਾਲ ਬੈਰਾਗੀ ਬਣਿਆ ਜਾਵੇ, ਇਸ ਤਰ੍ਹਾਂ ਰੱਬ ਮਿਲਦਾ ਹੋਵੇ, ਤੇ ਕਬੀਰ ਸਾਹਿਬ ਕਹਿੰਦੇ ਫਿਰ ਸਭ ਤੋਂ ਪਹਿਲਾਂ ਹਿਰਨਾਂ ਨੂੰ ਰੱਬ ਮਿਲਣਾ ਚਾਹੀਦਾ, ਹਿਰਨ ਨੂੰ। ਕਿਉਂ? ਕਹਿੰਦੇ ਮੈਂ ਦੇਖਦਾ ਹਿਰਨ ਜੰਗਲ ਦੇ ਵਿੱਚ ਜਦੋਂ ਡਾਰਾਂ ਦੀਆਂ ਡਾਰਾਂ ਫਿਰਦੀਆਂ ਨੇ, ਉਹਨਾਂ ਹਿਰਨਾਂ ਨੇ ਆਪਣੇ ਤਨ, ਆਪਣੇ ਸਰੀਰ ਤੇ ਕੋਈ ਬਸਤਰ ਨਹੀਂ ਪਹਿਨਿਆ। ਜੇ ਨਗਨ ਰਹਿਣ ਦੇ ਨਾਲ ਰੱਬ ਮਿਲਦਾ ਤੇ ਫਿਰ ਸਭ ਤੋਂ ਪਹਿਲਾਂ ਰੱਬ ਹਿਰਨ ਨੂੰ ਮਿਲਣਾ ਚਾਹੀਦਾ ਸੀ, ਤੇ ਹਿਰਨ ਮੁਕਤ ਹੋ ਜਾਂਦਾ। ਗੌੜੀ ਰਾਗ ਦੇ ਵਿੱਚ ਕਬੀਰ ਸਾਹਿਬ ਦਾ ਸ਼ਬਦ ਹੈ, ਕਹਿੰਦੇ ਨਗਨ ਫਿਰਤ ਜੋ ਪਾਈਐ ਜੋਗ। ਧੂਣੀਆਂ ਤਪਾਉਣ ਦੇ ਨਾਲ ਅੰਦਰੋਂ ਲੋਭ ਤੇ ਮੋਹ ਤੇ ਤ੍ਰਿਸ਼ਨਾ ਖਤਮ ਨਹੀਂ ਹੋਣੀ। ਵਾਸ਼ਨਾਵਾਂ ਦਾ ਖਾਤਮਾ ਸਰੀਰ ਨੂੰ ਕਸ਼ਟ ਦੇਣ ਨਾਲ ਨਹੀਂ ਹੋਣਾ। ਇਸ ਕਰਕੇ
ਮਨ ਨੂੰ ਸਾਧਨ ਦੇ ਨਾਲ ਗੱਲ ਬਣਨੀ ਹੈ ਤੇ ਮਨ ਗੁਰੂ ਦੇ ਗਿਆਨ ਨਾਲ ਸਾਧਿਆ ਜਾਣਾ ਹੈ। ਜਿੰਨਾ ਚਿਰ ਗੁਰੂ ਦਾ ਗਿਆਨ ਨਹੀਂ, ਤੇ ਕਬੀਰ ਸਾਹਿਬ ਆਖਦੇ ਉਹਨਾਂ ਚਿਰ ਬੈਰਾਗੀ ਨਹੀਂ ਬਣਿਆ ਜਾਣਾ। ਇਸ ਕਰਕੇ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਬਨ ਦਾ ਅਰਥ ਹੈ ਜੰਗਲ। ਕਹਿੰਦੇ ਜੰਗਲਾਂ ਦੇ ਮਿਰਗ ਹਿਰਨ ਫਿਰ ਸਾਰੇ ਮੁਕਤ ਹੋ ਜਾਣੇ ਚਾਹੀਦੇ ਸਨ। ਕਿਆ ਨਾਂਗੇ ਕਿਆ ਬੰਦੇ ਚਾਮ, ਕੀ ਨੰਗੇ ਤੇ ਕੀ ਆਪਣੇ ਸਰੀਰ ਦੇ ਤਨ ਨੂੰ ਚੰਮ ਨੂੰ ਬੰਨ ਕੇ ਕਸ਼ਟ ਦੇਣੇ। ਕਿਆ ਨਾਂਗੇ ਕਿਆ ਬੰਦੇ ਚਾਮ, ਜਬ ਨਹੀਂ ਚੀਨਸ ਆਤਮ ਰਾਮ। ਜਿੰਨਾ ਚਿਰ ਆਪਣੀ ਆਤਮਾ ਨੂੰ ਤੇ ਮਨ ਨੂੰ ਨਹੀਂ ਖੋਜਿਆ, ਤੇ ਸਤਿਗੁਰੂ ਕਹਿੰਦੇ ਭਾਵੇਂ ਲੱਖਾਂ ਘਰ ਬਾਰ ਛੱਡ ਦੇ। ਇਸ ਕਰਕੇ ਗ੍ਰਹਿ ਤਜ ਬਨ ਖੰਡ ਜਾਈਐ, ਚੁਣ ਖਾਈਐ ਕੰਦਾ, ਅਜੋਹ ਬਿਕਾਰ ਨ ਛੋੜਈ ਪਾਪੀ ਮਨ ਮੰਦਾ। ਕਿਉਂ ਛੂਟੋਂ ਕੈਸੇ ਤਰੋਂ, ਭਵਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਇਸ ਕਰਕੇ ਮਾਲਕ ਅੱਗੇ ਅਰਦਾਸ ਕਰ ਕਿ ਐ ਪ੍ਰਮਾਤਮਾ ਮੈਂ ਤੇਰੀ ਸ਼ਰਨ ਵਿੱਚ ਆ ਤੇ ਮੈਨੂੰ ਹੁਣ ਰੱਖ। ਕਿਉਂ ਛੂਟੋਂ, ਕਿਵੇਂ ਮੈਂ ਛੁੱਟ ਸਕਦਾ। ਕੈਸੇ ਤਰੋਂ, ਜੰਮਣ ਮਰਨ ਤੋਂ ਮੁਕਤ ਹੋ ਕੇ ਕਿਵੇਂ ਤਰ ਸਕਦਾ। ਭਵਜਲ ਨਿਧ ਭਾਰੀ, ਇਸ ਘੋਰ ਸੰਸਾਰ ਸਮੁੰਦਰ ਨੂੰ ਪਰ ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ। ਸਤਿਗੁਰੂ ਕਿਰਪਾ ਕਰਦੇ ਨੇ, ਸ਼ਹਿ ਹਦੂਰ ਦੇਖੈ ਤਾਂ ਭਉ ਪਵੈ ਬੈਰਾਗੀ ਅੜੇ। ਜਿਹੜੇ ਘਰ ਨੂੰ ਤੂੰ ਤਿਆਗ ਕੇ ਜੰਗਲਾਂ ਚ ਆ ਕੇ ਬੈਰਾਗੀ ਬਣਿਆ, ਸਤਿਗੁਰੂ ਕਹਿੰਦੇ ਉਹ ਰੱਬ ਤੇਰੇ ਘਰ ਵੀ ਸੀ। ਜੇਕਰ ਉਹਨੂੰ ਆਪਣੇ ਅੰਗ ਸੰਗ ਵਸ ਦਾ ਪ੍ਰਤੀਤ ਕਰ ਲੈਂਦਾ, ਤੈਨੂੰ ਘਰ ਦੇ ਵਿੱਚ ਉਹ ਮਹਿਸੂਸ ਹੋ ਜਾਂਦਾ, ਤੇ ਫਿਰ ਜੇ ਉਹਦਾ ਡਰ ਉਹਦਾ ਭਉ ਤੇਰੇ ਮਨ ਵਿੱਚ ਹੁੰਦਾ, ਫਿਰ ਸਤਿਗੁਰੂ ਕਹਿੰਦੇ ਤੂੰ ਸੱਚਾ ਬੈਰਾਗੀ ਬਣਨਾ ਸੀ। ਇਸ ਕਰਕੇ ਤੂੰ ਅਣਜਾਣ ਹੈ, ਤੂੰ ਬੈਰਾਗੀ ਨਹੀਂ। ਹੇ ਅਣਜਾਣ ਬੈਰਾਗੀ, ਜਦੋਂ ਉਸ ਰੱਬ ਦਾ ਭਉ ਤੇਰੇ ਮਨ ਹਿਰਦੇ ਵਿੱਚ ਵਸ ਜਾਵੇ ਵੀ ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਗੁਰੂ ਦੇ ਸ਼ਬਦ ਦੇ ਨਾਲ ਇਹ ਸਮਝ ਪੈਂਦੀ ਵੀ ਉਹ ਹਮੇਸ਼ਾ ਸਾਡੀਆਂ ਗੱਲਾਂ ਸੁਣ ਵੀ ਰਿਹਾ ਤੇ ਸਾਡੇ ਕੀਤੇ ਕਰਮਾਂ ਨੂੰ ਦੇਖ ਵੀ ਰਿਹਾ। ਸਤਿਗੁਰੂ ਕਹਿੰਦੇ ਹੁਕਮੈ ਬੂਝੈ ਤਾਂ ਨਿਰਭਉ ਹੋਏ ਵਣਾ ਹੰਬੈ। ਜਿਹੜਾ ਰੱਬ ਦੇ ਹੁਕਮ ਨੂੰ ਮੰਨ ਕੇ ਤੇ ਰੱਬ ਦੇ ਹੁਕਮ ਨੂੰ ਸਮਝਦਾ, ਰੱਬ ਦੇ ਹੁਕਮ ਨੂੰ ਸਮਝਣ ਵਾਲਾ, ਸਤਿਗੁਰੂ ਕਹਿੰਦੇ ਉਹ ਸੰਸਾਰਿਕ ਡਰਾਂ ਤੋਂ ਬਿਲਕੁਲ ਨਿਰਲੇਪ ਹੋ ਜਾਂਦਾ ਤੇ ਸੰਸਾਰ ਦਾ ਜਿਹੜਾ ਡਰ ਹੈ ਉਹਨੂੰ ਨਹੀਂ ਵਿਆਪਦਾ। ਫਿਰ ਕਬੀਰ ਸਾਹਿਬ ਅਗਲੀਆਂ ਪੰਕਤੀਆਂ ਦੇ ਵਿੱਚ ਗੱਲ ਕਰਦੇ ਵੀ ਹਰ ਪਾਖੰਡ ਨਾ ਕੀਜਈ ਬੈਰਾਗੀ ਅੜੇ, ਪਾਖੰਡ ਰੱਤਾ ਸਭ ਲੋਕ ਵਣਾ ਹੰਬੈ। ਹੁਣ ਇੱਥੇ ਗੱਲ ਕੀਤੀ ਵੀ ਜਿਹੜਾ ਪਖੰਡ ਤੂੰ ਕਰ ਰਿਹਾ ਹੈ ਤੇ ਆਪਣੇ ਆਪ ਨੂੰ ਬੜਾ ਵੱਡਾ ਬੈਰਾਗੀ ਅਖਵਾਉਣ ਦਾ ਤੂੰ ਢੰਗ ਰਚਿਆ। ਕਹਿੰਦੇ ਹਰ ਪਾਖੰਡ ਨਾ ਕੀਜਈ ਬੈਰਾਗੀ ਅੜੇ, ਕਿ ਰੱਬ ਅੱਗੇ ਕੋਈ ਤੇਰਾ ਕੀਤਾ ਹੋਇਆ ਪਖੰਡ ਹੈ ਜਿਹੜਾ ਉਹ ਨਹੀਂ ਚੱਲਣਾ। ਪਖੰਡ ਰੱਤਾ ਸਭ ਲੋਕ, ਕਹਿੰਦੇ ਸਾਰੇ ਦੁਨੀਆ ਦੇ ਲੋਕ ਪਖੰਡ ਦੇ ਵਿੱਚ ਰੱਤੇ ਹੋਏ ਨੇ, ਰੰਗੇ ਹੋਏ ਨੇ, ਪਰ ਰੱਬ ਨੂੰ ਪਖੰਡਾਂ ਦੇ ਨਾਲ ਲੋਕਾਂ ਨੇ ਪਾਉਣ ਦਾ ਯਤਨ ਕੀਤਾ ਹੈ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸੂਹੀ ਰਾਗ ਚ ਆਖਦੇ ਨੇ ਕਿ ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਕਹਿੰਦੇ ਕਰਮ ਧਰਮ ਪਾਖੰਡ ਜੋ ਦਿਸੈ, ਅੱਜ ਜਿੰਨੇ ਵੀ ਕਰਮ ਕਾਂਡ ਹੋ ਰਹੇ ਨੇ ਉਹ ਧਰਮ ਦੇ ਨਾਂ ਤੇ ਹੋ ਰਹੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਅੱਜ ਆਟੇ ਦੇ ਰੂਪ ਦੇ ਵਿੱਚ ਵਰਤਿਆ ਜਾ ਰਿਹਾ, ਆਟੇ ਦੇ ਰੂਪ 'ਚ।
ਜਿਵੇਂ ਮਛੇਰਾ ਕਿਸੇ ਨਦੀ, ਕਿਸੇ ਤਲਾਅ, ਨਹਿਰ ਦੇ ਕੰਢੇ ਤੇ ਜਾ ਕੇ ਬੈਠਦਾ ਹੈ ਤੇ ਉਹ ਥੋੜਾ ਜਿਹਾ ਆਟਾ ਗਿੱਲਾ ਕਰਕੇ ਜਾਂ ਰੋਟੀ ਦਾ ਟੁਕੜਾ ਕੁੰਡੀ ਦੇ ਵਿੱਚ ਪਾ ਕੇ ਤੇ ਆਪਣਾ ਜਿਹੜੀ ਧਾਗੇ ਦੇ ਨਾਲ ਬੰਨੀ ਹੋਈ ਕੁੰਡੀ ਉਹ ਛੱਪੜ 'ਚ ਸੁੱਟਦਾ ਹੈ ਤੇ ਅਨਾਜ ਤੇ ਆਟੇ ਨੂੰ ਦੇਖ ਕੇ ਜਿਹੜੀ ਮੱਛੀ ਉਹ ਫਸ ਜਾਂਦੀ ਹੈ ਤੇ ਉਹਦੀ ਮੌਤ ਹੋ ਜਾਂਦੀ। ਬਸ ਇਸ ਤਰੀਕੇ ਦੇ ਨਾਲ ਡੇਰੇਦਾਰ ਲੋਕ, ਜ਼ਿਆਦਾਤਰ ਪਖੰਡੀ ਤੇ ਦੰਭੀ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਆਟੇ ਵਜੋਂ ਵਰਤ ਕੇ ਤੇ ਸਾਡੇ ਭੋਲੇ ਭਾਲੇ ਲੋਕਾਂ ਦੀ ਮੌਤ ਦਾ ਕਾਰਨ ਬਣ ਰਹੇ ਨੇ ਤੇ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਖਤਰੇ 'ਚ ਪੈ ਰਿਹਾ ਹੈ। ਅੱਜ ਜਿੰਨੇ ਕਰਮ ਕਾਂਡ ਹੋ ਰਹੇ ਨੇ ਉਹ ਧਰਮ ਦੇ ਨਾਂ ਤੇ ਹੋ ਰਹੇ ਨੇ। ਧਰਮ ਦੇ ਨਾਂ ਤੇ ਇੱਕ ਤੋਂ ਇੱਕ ਕਰਮ ਕਾਂਡ ਕੀਤਾ ਜਾ ਰਿਹਾ ਹੈ, ਪਰ ਸਿੱਖ ਦਾ ਸੰਬੰਧ ਕਿਸੇ ਵੀ ਕਰਮ ਕਾਂਡ ਨਾਲ ਨਹੀਂ। ਪਰ ਅੱਜ ਗੁਰੂ ਘਰਾਂ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਜਿਹੜੇ ਕਰਮ ਕਾਂਡ ਉਹ ਹੋ ਰਹੇ ਨੇ। ਜ਼ਿਆਦਾਤਰ ਸਿੱਖਾਂ ਦੇ ਘਰਾਂ ਦੇ ਵਿੱਚ ਤੁਸੀਂ ਆਮ ਦੇਖਿਆ ਹੋਣਾ, ਜਿੰਨਾ ਗੁਰਬਾਣੀ ਦਾ ਪ੍ਰਚਾਰ ਤੇ ਗੁਰਬਾਣੀ ਦੇ ਪਾਠ, ਅਖੰਡ ਪਾਠ ਸਾਹਿਬ ਜਾਂ ਅਖੰਡ ਪਾਠ ਸਾਹਿਬਾਂ ਦੀਆਂ ਲੜੀਆਂ ਚੱਲ ਰਹੀਆਂ ਨੇ, ਉਹਨੇ ਕਦੀ ਤੁਸੀਂ ਗਰੁੜ ਪੁਰਾਣ ਦੇ ਪਾਠ ਹੁੰਦੇ ਜਾਂ ਉਹਨਾਂ ਦਾ ਪ੍ਰਚਾਰ ਹੁੰਦਾ ਜਾਂ ਗਰੁੜ ਪੁਰਾਣਾਂ ਦੀਆਂ ਪਾਠਾਂ ਦੀਆਂ ਲੜੀਆਂ ਚੱਲਦੀਆਂ ਨਾ ਦੇਖੀਆਂ ਹੋਣਗੀਆਂ ਤੇ ਨਾ ਸੁਣੀਆਂ ਹੋਣਗੀਆਂ। ਪਰ ਕਾਰਨ ਕੀ ਹੈ? ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹ ਰਹੇ ਹਾਂ ਜ਼ਿਆਦਾ, ਪਰ ਮੰਨ ਰਹੇ ਹਾਂ ਘੱਟ। ਉਹ ਲੋਕ ਪੜ੍ਹਦੇ ਭਾਵੇਂ ਘੱਟ ਨੇ ਪਰ ਮੰਨਦੇ ਜ਼ਿਆਦਾ ਨੇ। ਜੋ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਉਹਦੇ ਮੁਤਾਬਕ ਉਹ ਕਰ ਰਹੇ ਨੇ। ਹੁਣ ਕਬੀਰ ਸਾਹਿਬ ਆਖਦੇ ਨੇ ਵੀ ਹਰ ਪਖੰਡ ਨਾ ਕੀਜੇ ਹੀ ਬੈਰਾਗੀ ਅੜੇ, ਪਖੰਡ ਰੱਤਾ ਸਭ ਲੋਕ ਬਣਾ ਹੰਬੈ। ਕਹਿੰਦੇ ਸਾਰੇ ਦੁਨੀਆ ਦੇ ਲੋਕ ਪਖੰਡ ਕਰ ਰਹੇ ਨੇ, ਪਰ ਤੂੰ ਪਖੰਡ ਨਾ ਕਰ। ਜੇ ਪਖੰਡ ਕਰੇਗਾ ਰੱਬ ਨੂੰ ਪਾਉਣ ਦੇ ਤੇ ਫਿਰ ਤੂੰ ਬੈਰਾਗੀ ਨਹੀਂ ਹੋ ਸਕਦਾ, ਤੂੰ ਅਣਜਾਣ ਹੈ। ਪਰ ਇਸ ਤਰੀਕੇ ਦੇ ਨਾਲ ਲੋਕਾਂ ਨੇ ਗੁਰੂ ਨੂੰ ਜਾਂ ਰੱਬ ਨੂੰ ਖਿਡਾਉਣਾ ਸਮਝਿਆ। ਕਾਰਨ ਕੀ ਹੈ? ਅੱਜ ਬੰਦੇ ਦਾ ਡਰ ਜ਼ਿਆਦਾ ਹੈ ਪਰ ਗੁਰੂ ਦਾ ਡਰ ਘੱਟ ਹੈ। ਮੇਰੇ ਵਰਗਾ ਕੋਈ ਸੱਜਣ ਪਾਠ ਕਰ ਰਿਹਾ ਹੈ, ਉਹਨੂੰ ਡਰ ਹੈ ਸਾਹਮਣੇ ਕੋਈ ਵਿਅਕਤੀ ਨਾ ਆ ਜਾਵੇ, ਪਰ ਇੱਥੇ 35 ਮਹਾਂਪੁਰਖ ਬੈਠੇ ਨੇ, ਇਹਨਾਂ ਦਾ ਡਰ ਨਹੀਂ। ਇਸ ਕਰਕੇ ਕਬੀਰ ਸਾਹਿਬ ਨੇ ਆਖਿਆ ਵੀ ਮਾਥੇ ਤਿਲਕ, ਹੱਥ ਮਾਲਾ, ਬਾਣਾ, ਲੋਗਣ ਰਾਮ ਖਿਲਾਉਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡਾਉਣਾ ਸਮਝ ਲਿਆ। ਖਿਡਾਉਣਾ ਉਦੋਂ ਚੇਤੇ ਆਉਂਦਾ, ਉਦੋਂ ਲੋੜ ਪੈਂਦੀ ਖਿਡਾਉਣੇ ਦੀ ਜਦੋਂ ਬੱਚਾ ਰੋਣ ਲੱਗ ਜਾਏ। ਕਈ ਵਾਰੀ ਕੀ ਹੁੰਦਾ ਹੈ, ਸਾਡੇ ਘਰਾਂ ਦੇ ਵਿੱਚ ਬੱਚਾ ਖਿਡਾਉਣੇ ਦੇ ਨਾਲ ਖੇਡਦਾ ਖੇਡਦਾ ਕਈ ਵਾਰੀ ਸੋਫੇ ਪਿੱਛੇ ਸੁੱਟ ਦਿੰਦਾ ਹੈ, ਕਈ ਵਾਰੀ ਉਹੀ ਖਿਡਾਉਣਾ ਪੇਟੀਆਂ ਥੱਲੇ, ਕਈ ਵਾਰੀ ਉਹ ਬੈੱਡ ਥੱਲੇ। ਕਈ ਦਿਨ 10 15 ਮਹੀਨਾ ਹਫਤਾ ਉਹ ਖਿਡਾਉਣਾ ਪਏ ਨੂੰ ਲੰਘ ਜਾਂਦੇ ਨੇ। ਫਿਰ ਜਦੋਂ ਕਿਤੇ ਬੱਚਾ ਰੋਣ ਲੱਗ ਜਾਂਦਾ, ਫਿਰ ਮਾਂ ਭਾਲਦੀ ਵੀ ਉਹ ਖਿਡਾਉਣਾ ਕਿੱਥੇ ਹੈ, ਤੇ ਮਾਂ ਕੱਢ ਕੇ ਉਹ ਖਿਡਾਉਣਾ ਬੱਚੇ ਨੂੰ ਦਿੰਦੀ ਤੇ ਬੱਚਾ ਚੁੱਪ ਕਰ ਜਾਂਦਾ ਹੈ। ਉਦੋਂ ਖਿਡਾਉਣਾ ਚੇਤੇ ਆਇਆ ਜਦੋਂ ਲੋੜ ਪਈ, ਬੱਚਾ ਰੋਂਦਾ ਸੀ, ਚੁੱਪ ਹੋ ਗਿਆ, ਫਿਰ ਲੋੜ ਨਹੀਂ। ਸਾਨੂੰ ਵੀ ਉਦੋਂ ਗੁਰੂ ਰੱਬ ਚੇਤੇ ਆਇਆ ਜਦੋਂ ਉਹਦੀ ਲੋੜ ਸੀ, ਪਰ ਕੰਮ ਨਿਕਲ ਗਿਆ ਸਾਡਾ, ਸਾਨੂੰ ਭੁੱਲ ਗਿਆ। ਇਹ ਕਬੀਰ ਸਾਹਿਬ ਦਾ ਬਚਨ ਹੈ ਭੈਰੋ ਰਾਗ ਦੇ ਵਿੱਚ। ਕਬੀਰ ਸਾਹਿਬ ਕਹਿੰਦੇ ਵੀ ਮਾਥੇ ਤਿਲਕ, ਇਹ ਜਿਹੜਾ ਕੀਤਾ ਜਾ ਰਿਹਾ ਹੈ, ਪਖੰਡ ਹੋ ਰਿਹਾ ਹੈ ਰੱਬ ਨੂੰ ਪਾਉਣ ਵਾਸਤੇ। ਮਾਥੇ ਤਿਲਕ, ਮੱਥੇ ਤੇ ਲਾ ਲਿਆ ਤਿਲਕ। ਹੱਥ ਮਾਲਾ, ਹੱਥ ਦੇ ਵਿੱਚ ਪਾ ਲਈ ਮਾਲਾ। ਫਿਰ ਅੱਗੇ ਗੱਲ ਕੀਤੀ ਬਾਣਾ, ਬਾਣਾ ਪਹਿਰਾਵਾ, ਬਾਹਰੀ ਤੌਰ ਤੇ ਭੇਖ। ਮਾਥੇ ਤਿਲਕ, ਹੱਥ ਮਾਲਾ, ਬਾਣਾ। ਕਹਿੰਦੇ ਲੋਗਣ ਰਾਮ ਖਿਲਾਉਣਾ ਜਾਣਾ। ਲੋਕਾਂ ਨੇ ਰੱਬ ਨੂੰ ਖੰਡਾਉਣਾ ਸਮਝ ਲਿਆ। ਕਹਿੰਦੇ ਜੋ ਹਉ ਬੌਰਾ ਤੋ ਰਾਮ ਤੋਰਾ, ਲੋਗ ਮਰਮ ਕਹਿ ਜਾਣੈ ਮੋਰਾ। ਹੁਣ ਲੋਕ ਆਖਦੇ ਨੇ ਵੀ ਕਬੀਰ ਪਾਗਲ ਹੈ,
ਕਬੀਰ ਬੌਰਾ ਹੈ, ਕਬੀਰ ਝੱਲਾ ਹੋ ਗਿਆ। ਪਰ ਕਬੀਰ ਸਾਹਿਬ ਆਖਦੇ ਨੇ ਮੈਂ ਬੌਰਾ ਨਹੀਂ, ਮੈਂ ਪਾਗਲ ਨਹੀਂ, ਮੈਂ ਝੱਲਾ ਨਹੀਂ। ਇਹ ਦੁਨੀਆ ਦੇ ਸਾਰੇ ਲੋਕ ਬੌਰੇ ਨੇ, ਪਾਗਲ ਨੇ, ਪਰ ਮੈਨੂੰ ਮੇਰੇ ਮਾਲਕ ਨੇ, ਮੇਰੇ ਪ੍ਰਭੂ ਨੇ, ਪਰਮਾਤਮਾ ਨੇ ਮੈਨੂੰ ਬੌਰਾ ਕਰ ਦਿੱਤਾ ਹੈ। ਪਰ ਮੈਨੂੰ ਜਾਪਦਾ ਕਿ ਇਹ ਸਾਰੇ ਦੁਨੀਆ ਦੇ ਲੋਕ ਹੀ ਪਾਗਲ ਅਗਿਆਨਤਾ ਦੇ ਵਿੱਚ ਨੇ। ਮੇਰੇ ਕੋਲ ਗਿਆਨ ਹੈ। ਜੋ ਹਉ ਬੌਰਾ, ਕਹਿੰਦੇ ਜੇਕਰ ਲੋਕ ਮੈਨੂੰ ਆਖਣ ਵੀ ਇਹ ਪਾਗਲ ਹੈ, ਬੌਰਾ ਹੈ, ਤਾਂ ਉਹ ਰਾਮ ਤੋਰਾ, ਫਿਰ ਵੀ ਮੈਂ ਰੱਬ ਜੀ ਤੁਹਾਡਾ। ਲੋਕ ਮਰਮ ਕਹਿ ਜਾਣੈ ਮੋਰਾ, ਕਹਿੰਦੇ ਲੋਕ ਮੇਰੇ ਭੇਤ ਨੂੰ ਕਿੱਥੇ ਜਾਣ ਸਕਦੇ ਨੇ। ਇਸ ਕਰਕੇ ਲੋਕ ਕਰ ਰਹੇ ਨੇ ਪਖੰਡ ਰੱਬ ਨੂੰ ਪਾਉਣ ਵਾਸਤੇ। ਤੋਰੋ ਨਾ ਪਾਤੀ ਪੂਜੋ ਨਾ ਦੇਵਾ, ਰਾਮ ਭਗਤ ਬਿਨ ਨਿਫਲ ਸੇਵਾ। ਹੁਣ ਆਹ ਗੱਲ ਹੈ ਜਿਹੜੀ ਇਹ ਬੜੀ ਕਮਾਲ ਦੀ, ਵੀ ਲੋਕ ਆਖਦੇ ਨੇ ਵੀ ਅਸੀਂ ਫੁੱਲਾਂ ਦੀਆਂ ਪੱਤੀਆਂ ਨੂੰ ਤੋੜ ਕੇ ਤੇ ਇੱਕ ਪੱਥਰ ਦੇ ਭਗਵਾਨ ਰੱਬ ਅੱਗੇ ਚੜਾ ਕੇ ਉਹਦੀ ਪੂਜਾ ਕਰ ਰਹੇ ਹਾਂ। ਪਰ ਕਬੀਰ ਸਾਹਿਬ ਕਹਿੰਦੇ ਮੈਨੂੰ ਪਤਾ ਹੈ ਵੀ ਪੱਤੀਆਂ 'ਚ ਜਿੰਦ, ਉਹਨਾਂ ਨੂੰ ਤੋੜਿਆ ਜਾ ਰਿਹਾ ਤੇ ਪੱਥਰ ਹੈ ਨਰਜਿੰਦ, ਤੇ ਨਰਜਿੰਦ ਪੱਥਰ ਦੀ ਪੂਜਾ ਕੀਤੀ ਜਾ ਰਹੀ। ਕਹਿੰਦੇ ਇਸ ਤਰ੍ਹਾਂ ਹੋ ਨਹੀਂ ਸਕਦਾ। ਲੋਕ ਮੈਨੂੰ ਪਾਗਲ ਕਿਉਂ ਆਖਦੇ ਨੇ? ਕਿਉਂਕਿ ਮੈਂ ਆਖਦਾ ਲੋਕੋ ਇਹ ਜਿਹੜਾ ਪੱਥਰ ਹੈ, ਪੱਥਰ ਇਹ ਨਰਜਿੰਦ ਹੈ, ਤੇ ਉਹਨਾਂ ਜਿਨ੍ਹਾਂ ਪੱਤੀਆਂ ਦੇ ਵਿੱਚ ਜਿੰਦ ਹੈ ਤੁਸੀਂ ਉਹਨਾਂ ਨੂੰ ਤੋੜ ਕੇ ਤੇ ਨਰਜਿੰਦ ਪੱਥਰ ਅੱਗੇ ਚੜਾ ਰਹੇ ਹੋ। ਇਹ ਕਿੱਧਰ ਦਾ ਨਿਆਂ ਹੈ? ਕਹਿੰਦੇ ਤੋਰੋ ਨਾ ਪਾਤੀ, ਫੁੱਲਾਂ ਦੀਆਂ ਪੱਤੀਆਂ ਨਹੀਂ ਮੈਂ ਤੋੜਦਾ। ਪੂਜੋ ਨਾ ਦੇਵਾ, ਮੈਂ ਬੰਦੇ ਵੱਲੋਂ ਬਣਾਏ ਹੋਏ ਰੱਬ ਨੂੰ ਨਹੀਂ ਪੂਜਦਾ। ਜਿਸ ਰੱਬ ਨੇ ਬੰਦੇ ਨੂੰ ਬਣਾਇਆ ਮੈਂ ਉਹਨੂੰ ਪੂਜ ਰਿਹਾ। ਇਸ ਕਰਕੇ ਤੋਰੋ ਨਾ ਪਾਤੀ ਪੂਜੋ ਨਾ ਦੇਵਾ, ਰਾਮ ਭਗਤ ਬਿਨ ਨਿਫਲ ਸੇਵਾ। ਰੱਬ ਦੀ ਭਗਤੀ ਤੋਂ ਬਿਨਾਂ ਸਾਰੀਆਂ ਸੇਵਾਵਾਂ ਨਿਫਲ ਨੇ, ਕਿਸੇ ਕੰਮ ਨਹੀਂ। ਇਸ ਕਰਕੇ ਕਬੀਰ ਸਾਹਿਬ ਕਿਰਪਾ ਕਰਦੇ ਨੇ ਵੀ ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ, ਨਿਰ ਜੀਓ ਭੂਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਤਾਂ ਕਰਕੇ ਲੋਕ ਆਖਦੇ ਨੇ, ਲੋਕ ਕਹੈ ਕਬੀਰ ਬੌਰਾਨਾ। ਲੋਕ ਕਹਿੰਦੇ ਕਬੀਰ ਝੱਲਾ ਹੋ ਗਿਆ ਹੈ, ਪਰ ਕਬੀਰ ਸਾਹਿਬ ਕਹਿੰਦੇ ਕਬੀਰ ਕਾ ਮਰਮ ਰਾਮ ਪਹਿਚਾਨਾ। ਕਬੀਰ ਦੇ ਭੇਤ ਨੂੰ ਮੇਰੇ ਰਮੇ ਹੋਏ ਰੱਬ ਨੇ ਜਾਣਿਆ। ਵਿਚਾਰੇ ਲੋਕ ਕੀ ਜਾਣਦੇ ਨੇ? ਇਹ ਲੋਕ ਤਾਂ ਇਹ ਗੱਲ ਆਖਦੇ ਨੇ ਵੀ ਕੋਈ ਆਖੈ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਹਉ ਹਰ ਬਿਨ ਔਰ ਨਾ ਜਾਨਾ। ਕਬੀਰ ਸਾਹਿਬ ਕਹਿੰਦੇ ਜੋ ਹਉ ਬੋਰਾ ਤੋ ਰਾਮ ਤੋਰਾ, ਲੋਗ ਮਰਮ ਕਹਿ ਜਾਣੈ ਮੋਰਾ, ਰਹਾਓ ਤੋਰੋ ਨਾ ਪਾਤੀ ਪੂਜੋ ਨਾ ਦੇਵਾ, ਰਾਮ ਭਗਤ ਬਿਨ ਨਿਫਲ ਸੇਵਾ, ਸਤਿਗੁਰ ਪੂਜੋ ਸਦਾ ਸਦਾ ਮਨਾਵੋ। ਮੈਂ ਪੂਜਾ ਬੰਦੇ ਵੱਲੋਂ ਬਣਾਏ ਰੱਬ ਦੀ ਨਹੀਂ ਕਰਦਾ, ਮੈਂ ਸਤਿਗੁਰੂ ਦੀ ਪੂਜਾ ਕਰਦਾ। ਇਸ ਕਰਕੇ ਸਤਿਗੁਰ ਪੂਜੋ ਸਦਾ ਸਦਾ ਮਨਾਵੋ, ਐਸੀ ਸੇਵ ਦਰਗਾ ਸੁਖ ਪਾਵੋ। ਲੋਗ ਕਹਿ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਸਤਿਗੁਰੂ ਕਿਰਪਾ ਕਰਦੇ ਵੀ ਪਖੰਡ ਦੇ ਨਾਲ ਬੈਰਾਗੀ ਨਹੀਂ ਬਣਿਆ ਜਾਣਾ। ਇਸ ਕਰਕੇ ਹਰ ਪਾਖੰਡ ਨਾ ਕੀਜਈ ਬੈਰਾਗੀ ਅੜੇ। ਕਿਉਂਕਿ ਸਤਿਗੁਰੂ ਆਖਦੇ ਨੇ ਵੀ ਛੋੜ ਛੋੜ ਰੇ ਪਾਖੰਡੀ ਮਨ, ਕਪਟ ਨਾ ਕੀਜੈ, ਹਰ ਕਾ ਨਾਮ ਨਿਤ ਨਿਤੈ ਲੀਜੈ। ਇਸ ਕਰਕੇ ਛੋਡੀ ਲੈ ਪਾਖੰਡਾ, ਨਾਮ ਲਿਆ ਜਾਏ ਤਰੰਦਾ। ਸਤਿਗੁਰੂ ਕਹਿੰਦੇ ਹਰ ਪਾਖੰਡ ਨਾ ਕੀਜਈ ਬੈਰਾਗੀ ਅੜੇ, ਪਾਖੰਡ ਰੱਤਾ ਸਭ ਲੋਕ ਵਣਾ ਹੰਬੈ। ਪਖੰਡ ਕਰ ਕਰਕੇ ਲੋਕ ਆਖਦੇ ਵੀ ਸਾਡੇ ਵਰਗਾ ਕੋਈ ਬੈਰਾਗੀ ਨਹੀਂ ਹੋ ਸਕਦਾ, ਅਣਜਾਣ ਬੈਰਾਗੀ। ਰੱਬ ਸਭ ਕੁਝ ਜਾਣਦਾ, ਇਸ ਕਰਕੇ ਉਹਦੇ ਅੱਗੇ ਪਖੰਡ ਨਾ ਕਰ। ਤੇ ਕਬੀਰ ਸਾਹਿਬ ਫਿਰ ਅਗਲੀਆਂ ਪੰਕਤੀਆਂ 'ਚ ਕਹਿੰਦੇ ਵੀ ਤ੍ਰਿਸ਼ਨਾ ਪਾਸ ਨਾ ਛੋੜਈ ਬੈਰਾਗੀ ਅੜੇ। ਕਹਿੰਦੇ ਜੇ ਤੂੰ ਆਖੇ ਵੀ ਮੈਂ ਬੈਰਾਗੀ ਬਣ ਗਿਆ, ਮੇਰੇ ਅੰਦਰ ਹੈ ਬੈਰਾਗ ਰੱਬ ਦੇ ਪ੍ਰਤੀ, ਫਿਰ ਕੀ ਤੇਰੇ ਮਨ ਹਿਰਦੇ ਦੇ ਵਿੱਚੋਂ ਤ੍ਰਿਸ਼ਨਾ ਖਤਮ ਹੋ ਗਈ ਹੈ? ਜਿਵੇਂ ਤੂੰ ਬੈਰਾਗੀ ਬਣ ਗਿਆ, ਘਰ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ,
कि छड्डण वाली चीज़ तू तृष्णा त्याग दिती, कि अंदरों मोह लोभ हंकार काम क्रोध ये खत्म हो गए ने। कहंदे इस तरीके दे नाल झूठा बैरागी बनिया, तृष्णा तेरा साथ नहीं छड्डेगी, तृष्णा वधदी रहेगी। ममता जालिया पिंड बना हंबे। कहंदे एक गल चेता रखी, जे अंदर मोह है ममता है, ते इस मोह ते ममता ने तेरे शरीर नूं भी नाश कर देना, नाश। चिंता जाल तन जालिया बैरागी अड़े, हे अनजान बैरागी। कबीर साहब आखदे ने भी इसे ही ममता ने मोह ने तृष्णा ने ते चिंता ने तेरे तन नूं जाल देना, खत्म कर देना। पर लोड़ है मर के जिउण दी, मर के अपने मन का जिहड़ा मोह है इनू खत्म कर, जिहड़ी तृष्णा है इनू मार। जे इन्हां नूं ना मारिया तो इन्हां तेरे शरीर नूं मार देना, खत्म कर देना। जे मन मृतक होए वणा हंबे, गल तां बनेगी कि जे तेरा मन मर के जिउया, तू अंदरों आसा तृष्णा ममता नूं मार लिया। फिर हजूर कहंदे सतगुर बिन बैराग ना होवई बैरागी अड़े। बैरागी गुरु दे ज्ञान तो बिना नहीं बनिया जाना। जिन्ना चिर गुरु दा ज्ञान नहीं, जिन्ना चिर सूझ नहीं, उन्ना चिर बंदियां वाले काम नहीं, बंदियां वाले कर्म नहीं। फिर सतगुरु कहंदे जे लोचै सब कोए वड़ा हंबे। सारे लोग आखदे ने भी मैं बैरागी बनना चाहुना, लोग प्रचार करते ने भी ये अंदर बैराग है, ये वर्गा बैरागी कोई हो नहीं सकता। पर बैरागी बने भाई लक्ष्मण दास, बैरागी बने भाई माधो दास। पर सतगुरु गुरु गोबिंद सिंह साहिब महाराज सच्चे पातशाह ने जदों किरपा की ते बांह तो फकड़ के हलूणिया कि एक गर्भवती हिरनी का शिकार तेरे हथों होवे ते तू अपनी कमान सुट देवें, तू अपने तीर सुट देवें ते अपना घर बार छड्ड के तू बन जावें बैरागी। माधो दास बैरागी, तैनू हिरनी दा खून डुलिया नजर आया, पर तैनू ये नहीं पता लगा कि दिल्ली दी धरती ते गुरु तेग बहादुर साहब महाराज दा खूनी धड़ किन्ना चिर चांदनी चौंक दे विच रुलदा रहा। तैनू नज़र नहीं आया कि सतगुरु दे नाल 3 सिख शहीद कीते गए, उन्हां दा भी खून दिल्ली दी धरती ते डुलिया। चमकौर दी गढ़ी दे विच साहिबजादे ते जान तो प्यारे पुत्रां दा खून देख के तू बैरागी नहीं बनिया, तेरे मन विच बैराग नहीं आया। सरहंद दी धरती ते कोह के शाशल बेग ते बाशल बेग ने छोटे साहिबजादियां नूं कोह के शहीद कर दिता कि उदों तेरे मन अंदर बैराग पैदा नहीं होया, उदों तू बैरागी नहीं बनिया। एक हिरनी दा शिकार तेरे हथों हो जावे ते तू कमान ते तीर सुट के बैरागी बन जावें। पर बैरागी इस तरह नहीं, बंदा सिंह इस तरह बनिया जाना है। जदों गुरु गोबिंद सिंह साहिब महाराज सच्चे पातशाह की किरपा हुई ते सतगुरु ने आप रहमत करके, सतगुरु गुरु गोबिंद सिंह साहिब महाराज ने खंडे की पौल दी। सब तो पहला सतगुरु ने आनंदपुर साहिब की धरती ते पंजां नूं अमृत छकाया ते सब तो बाद अखीरली वार जे सतगुरु ने अपनी शरीरक जिंदगी दे विच खंडे की पौल दी है ते ओ बाबा बंदा सिंह बहादुर नूं अपने शरीरक जामे विच जिउंदे जी सब तो अखीरली वार सतगुरु ने खंडे की पौल दी। हुण बैरागी केवल ये नहीं भी अपना घर बार छड्ड के बनिया जाना है, वो घर परिवार गृहस्थी जीवन के अंदर रह के भी बैरागी बनिया जाना। सतगुरु ने जदों हलूणा दिता ते गुरु गोबिंद सिंह साहिब महाराज ने खंडे की पौल दी। फिर बैरागी इस तरह का हुंदा है, भावें गुरदास नंगल की कच्ची गढ़ी दे विचों ओ सतगुरु का प्यारा बैरागी सिख पकड़िया जावे ते भुख दे नाल शरीर निडाल हो चुका होवे, दिल्ली की धरती ते लिजा के
ਫਰਖਸ਼ੀਅਰ ਇਹ ਪੁੱਛੇ ਵੀ ਬਾਬਾ ਬੰਦਾ ਸਿੰਘ ਬਹਾਦਰ ਤੂੰ ਦੱਸ ਤੈਨੂੰ ਕਿਵੇਂ ਦੀ ਮੌਤ ਮਾਰਿਆ ਜਾਵੇ, ਤੇ ਜਵਾਬ ਮਿਲਦਾ ਫਰਖਸ਼ੀਅਰ ਜਿਵੇਂ ਦੀ ਮੌਤ ਤੂੰ ਮਰਨਾ ਚਾਹੁੰਦਾ ਉਵੇਂ ਦੀ ਮੌਤ ਮੈਨੂੰ ਮਾਰੀ। ਇਸ ਤਰੀਕੇ ਦੇ ਨਾਲ 3.5 ਸਾਲਾਂ ਦੇ ਬਾਅਦ ਉਸ ਫਰਖਸ਼ੀਅਰ ਦੇ ਭਰਾਵਾਂ ਨੇ, ਸੈਯਦ ਭਰਾਵਾਂ ਨੇ ਗਰਮ ਸਲਾਈਆਂ ਦੇ ਨਾਲ ਉਹਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਦਾ ਅੰਤ ਹੋਇਆ ਤੇ ਉਸ ਤਰੀਕੇ ਦੇ ਨਾਲ ਉਸ ਫਰਖਸ਼ੀਅਰ ਦੀ ਮੌਤ ਹੋਈ। ਬੈਰਾਗੀ ਹੁੰਦਾ ਬਾਬਾ ਬੰਦਾ ਸਿੰਘ ਬਹਾਦਰ ਵਰਗਾ, ਸਾਹਮਣੇ ਜਲਾਦ ਹੈ ਤੇ ਗੱਲ ਇਹ ਆਖੀ ਜਾਂਦੀ ਵੀ ਬੰਦਾ ਸਿੰਘ ਤੇਰਾ ਪੁੱਤਰ 3.5 ਸਾਲ ਦਾ ਅਜੈ ਸਿੰਘ ਤੇਰੀਆਂ ਅੱਖਾਂ ਦੇ ਸਾਹਮਣੇ ਹੈ, ਪਰ ਤੂੰ ਇਹਦੀ ਛਾਤੀ ਦੇ ਵਿੱਚ ਛੁਰਾ ਮਾਰ ਕੇ ਇਹਦਾ ਕਲੇਜਾ ਕੱਢ। ਜਵਾਬ ਮਿਲਦਾ ਫਰਖਸ਼ੀਅਰ ਜੇ ਇਹਦੀ ਥਾਂ ਤੇ ਤੇਰਾ ਪੁੱਤਰ ਹੋਵੇ ਤੇ ਮੈਂ ਆਪਣੇ ਹੱਥਾਂ ਦੇ ਨਾਲ ਉਹਦਾ ਕਲੇਜਾ ਕੱਢਣ ਤੇ ਵੀ ਮੈਂ ਸਹਿਮਤ ਨਹੀਂ ਹੋਵਾਂਗਾ। ਮੇਰੇ ਗੁਰੂ ਨੇ ਮੈਨੂੰ ਨਹੀਂ ਸਿਖਾਇਆ ਕਿ ਮੈਂ ਕਿਸੇ ਨਿਹੱਤੇ ਤੇ ਬਜ਼ੁਰਗ ਤੇ ਬੱਚੇ ਤੇ ਵਾਰ ਕਰਕੇ ਤੇ ਉਹਨੂੰ ਸਦਾ ਦੀ ਨੀਂਦ ਸਵਾਵਾਂ। ਇਹ ਸੂਰਮਿਆਂ ਦਾ ਕੰਮ ਨਹੀਂ, ਇਹ ਬੁਜ਼ਦਿਲਾਂ ਤੇ ਕਾਇਰਾਂ ਦਾ ਕੰਮ ਹੈ। ਹੋਇਆ ਕੀ, ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ 3.5 ਸਾਲ ਦੇ ਬੱਚੇ ਅਜੈ ਸਿੰਘ ਦੇ ਜਦੋਂ ਤੇਜ਼ ਧਾਰ ਛੁਰਾ ਜਲਾਦ ਨੇ ਹਿੱਕ ਦੇ ਵਿੱਚ ਮਾਰਿਆ, ਮਾਸੂਮ ਹੱਡੀਆਂ ਕਾੜ ਕਾੜ ਕਰਦੀਆਂ ਟੁੱਟ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਬੋਲੇ ਸੋ ਨਿਹਾਲ ਦਾ ਜਕਾਰਾ ਲਾਉਣ ਵਾਸਤੇ ਮੂੰਹ ਖੋਲਿਆ। ਜਲਾਦ ਨੇ ਫੜ ਕੇ ਤੜਫਦਾ ਦਿਲ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾ ਦਿੱਤਾ। ਇਹ ਹੈ ਬੈਰਾਗੀ ਦੀ ਨਿਸ਼ਾਨੀ। ਹੋਇਆ ਕੀ, ਬਾਬਾ ਬੰਦਾ ਸਿੰਘ ਬਹਾਦਰ ਦੀ ਫਿਰ ਸੱਜੀ ਲੱਤ ਵੱਢ ਕੇ ਉਹਦੇ ਸਾਹਮਣੇ ਰੱਖ ਦਿੱਤੀ, ਫਿਰ ਖੱਬੀ ਲੱਤ ਵੱਢੀ ਉਹਦੇ ਅੱਗੇ ਰੱਖ ਦਿੱਤੀ। ਬੰਦਾ ਸਿੰਘ ਤੂੰ ਅਜੇ ਵੀ ਬਚ ਸਕਦਾ ਜੇ ਇਸਲਾਮ ਕਬੂਲ ਕਰ ਲਵੇਂ। ਉਹਦੀਆਂ ਗਰਮ ਸਲਾਈਆਂ ਦੇ ਨਾਲ ਦੋਵੇਂ ਅੱਖਾਂ ਕੱਢੀਆਂ ਗਈਆਂ। ਇੱਕ ਅੱਖ ਕੱਢੀ, ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਰੱਖ ਕੇ ਡੌਲਿਆਂ ਤੋਂ ਬਾਹਾਂ ਤੋਂ ਗਰਮ ਜ਼ਮੂਰਾਂ ਦੇ ਨਾਲ ਮਾਸ ਨੋਚ ਨੋਚ ਕੇ ਬੋਟੀਆਂ ਉਹਦੇ ਸਾਹਮਣੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਹਦਾ ਇੱਕ ਹੱਥ ਵੱਢਿਆ, ਦੂਜਾ ਹੱਥ, ਫਿਰ ਸੱਜੀ ਬਾਂਹ, ਖੱਬੀ ਬਾਂਹ, ਇਸ ਤਰੀਕੇ ਦੇ ਨਾਲ ਵੱਢ ਵੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਗੇ ਇੱਕ ਅੱਖ ਰਹਿ ਗਈ। ਗਰਮ ਸਲਾਈ ਦੇ ਨਾਲ ਉਹ ਅੱਖ ਵੀ ਬਾਬਾ ਬੰਦਾ ਸਿੰਘ ਬਹਾਦਰ ਦੀ ਕੱਢ ਕੇ ਰੱਖ ਦਿੱਤੀ। ਲੋਕਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੈਰਾਗੀ ਬਣਾ ਦਿੱਤਾ, ਪਰ ਅਸਲ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬੈਰਾਗੀ ਬਣਾਇਆ, ਭਾਵੇਂ ਪੁੱਤਰ ਦਾ ਕਲੇਜਾ ਕੱਢ ਕੇ ਮੂੰਹ ਦੇ ਵਿੱਚ ਪਾ ਲਿਆ, ਬਾਬਾ ਬੰਦਾ ਸਿੰਘ ਬਹਾਦਰ ਦਾ ਗਰਮ ਜ਼ਮੂਰਾਂ ਦੇ ਨਾਲ ਮਾਸ ਨੋਚਿਆ ਗਿਆ। ਕੱਲੀ ਕੱਲੀ ਲੱਤ ਤੇ ਬਾਹਾਂ ਵੱਢ ਕੇ ਗਰਮ ਸਲਾਈਆਂ ਦੇ ਨਾਲ ਅੱਖਾਂ ਕੱਢ ਕੇ ਸਾਹਮਣੇ ਰੱਖ ਦਿੱਤੀਆਂ, ਪਰ ਸਤਿਗੁਰੂ ਦਾ ਸਿੱਖ ਡੋਲਿਆ ਨਹੀਂ। ਬਾਬਾ ਕਬੀਰ ਜੀ ਆਖਦੇ ਨੇ ਐ ਅਣਜਾਣ ਬੈਰਾਗੀ, ਪਖੰਡਾਂ ਦੇ ਨਾਲ ਬੈਰਾਗੀ ਨਹੀਂ ਬਣਿਆ ਜਾਣਾ। ਸਰੀਰ ਨੂੰ ਕਸ਼ਟ ਦੇਣ ਦੇ ਨਾਲ ਕਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਸ਼ਨਾ ਮਮਤਾ ਚਿੰਤਾ ਦੂਰ ਨਹੀਂ ਹੋਣੀ। ਇਸ ਕਰਕੇ ਸਤਿਗੁਰ ਬਿਨ ਬੈਰਾਗ ਨਾ ਹੋਵਈ ਬੈਰਾਗੀ ਅੜੇ। ਇਹ ਅਣਜਾਣ ਬੈਰਾਗੀ, ਗੁਰੂ ਤੋਂ ਬਿਨਾ ਬੈਰਾਗੀ ਨਹੀਂ ਬਣਿਆ ਜਾਣਾ। ਜੇ ਲੋਚੈ ਸਭ ਕੋਏ ਬਣਾ ਹੰਬੈ, ਕਹਿੰਦੇ ਭਾਵੇਂ ਸਾਰੇ ਲੋਕ ਆਖਣ ਵੀ ਮੇਰੇ ਅੰਦਰ ਵੀ ਬੜਾ ਬੈਰਾਗ ਹੈ, ਮੇਰੇ ਵਰਗਾ ਕੋਈ ਬੈਰਾਗੀ ਨਹੀਂ ਹੋ ਸਕਦਾ, ਪਰ ਅਸਲ 'ਚ ਗੁਰੂ ਦੀ ਬਖਸ਼ਿਸ਼ ਤੋਂ ਬਿਨਾ ਬੈਰਾਗੀ ਨਹੀਂ ਬਣਿਆ ਜਾਣਾ। ਕਰਮ ਹੋਵੇ, ਜੇ ਬਖਸ਼ਿਸ਼ ਹੋਵੇ, ਕਿਰਪਾ ਹੋਵੇ ਗੁਰੂ ਦੀ, ਸਤਿਗੁਰ ਮਿਲੈ ਬੈਰਾਗੀ ਅੜੇ। ਜੇ ਮਾਲਕ ਦੀ ਬਖਸ਼ਿਸ਼ ਹੈ, ਕਿਰਪਾ ਤੇ ਤਾਂ ਗੁਰੂ ਮਿਲਦਾ। ਸਹਿਜ ਜੇ ਪਾਵੈ ਸੋਏ ਬਣਾ ਹੰਬੈ, ਫਿਰ ਅੰਦਰ ਸਹਿਜ ਟਿਕਾ ਸਤ ਸੰਤੋਖ ਦਇਆ ਧਰਮ ਧੀਰਜ ਪੈਦਾ ਹੁੰਦਾ। ਕਹੋ ਕਬੀਰ ਇੱਕ ਬੇਨਤੀ ਬੈਰਾਗੀ ਅੜੇ। ਕਬੀਰ ਸਾਹਿਬ ਆਖਦੇ ਨੇ ਐ ਅਣਜਾਣ ਬੈਰਾਗੀ, ਮੇਰੀ ਤੇਰੇ ਅੱਗੇ ਇੱਕ ਬੇਨਤੀ ਹੈ, ਇੱਕ ਅਰਜ਼ ਹੈ ਤੇਰੇ ਅੱਗੇ ਕਿ ਅਰਦਾਸ ਕਰ ਰੱਬ ਦੇ ਅੱਗੇ ਕਿ ਮੌਕੋ ਭੌਜਲ ਪਾਰ ਉਤਾਰ ਬਣਾ ਹੰਬੈ। ਐ ਮਾਲਕਾ ਮੇਰੇ ਤੇ ਕਿਰਪਾ ਕਰਕੇ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਭਵਜਲ ਤੋਂ ਪਾਰ ਲਾ। ਜੋ ਕਬੀਰ ਸਾਹਿਬ ਨੇ ਅੱਜ ਬੜਾ ਪਿਆਰਾ ਸਿਧਾਂਤ ਇਸ ਪਾਵਨ ਸ਼ਬਦ ਦੇ ਅੰਦਰ ਦਿੱਤਾ ਹੈ। ਅੱਜ ਹਾਰੀ ਸਾਰੀ ਇਹ ਗੱਲ ਆਖ ਰਿਹਾ ਜੀ, ਇਹਦੇ ਅੰਦਰ ਬੈਰਾਗ ਹੈ। ਸਾਡੇ ਮਹਾਂਪੁਰਸ਼ਾਂ ਵਰਗਾ ਕੋਈ ਬੈਰਾਗੀ ਨਹੀਂ, ਇਹ ਬੜੇ ਵੱਡੇ ਬੈਰਾਗੀ ਨੇ,
ਪਰ ਕਹਿੰਦੇ ਪਖੰਡਾਂ ਦੇ ਨਾਲ ਬੈਰਾਗੀ ਨਹੀਂ ਬਣਿਆ ਜਾਣਾ। ਅਸਲ ਦੇ ਵਿੱਚ ਬੈਰਾਗੀਆਂ ਦਾ ਜੀਵਨ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਹੁੰਦਾ ਹੈ, ਜਿਹੜੇ ਸਤਿਗੁਰੂ ਦੇ ਪੂਰਨਿਆਂ ਤੇ ਚੱਲ ਕੇ ਆਪਣੀ ਕੌਮ, ਮਜ਼ਹਬ, ਧਰਮ, ਦੀਨ ਵਾਸਤੇ ਆਪਣਾ ਸਰਬੰਸ ਕੁਰਬਾਨ ਕਰਨ ਤੱਕ ਵੀ ਜਿਹੜੇ ਆਪਣੇ ਦਿਲ ਮਨ ਤੋਂ ਮਮਤਾ, ਚਿੰਤਾ, ਹਉਮੈ, ਮੋਹ ਨੂੰ ਦੂਰ ਕਰਕੇ ਸਮਰਪਿਤ ਹੋ ਜਾਂਦੇ ਨੇ ਕੌਮਾਂ ਵਾਸਤੇ। ਉਹਨਾਂ ਬੈਰਾਗੀਆਂ ਨੂੰ ਲੋਕ ਰਹਿੰਦੀ ਦੁਨੀਆ ਤੱਕ ਯਾਦ ਕਰਦੇ ਨੇ, ਕਰਦੇ ਰਹੇ ਨੇ ਔਰ ਕਰਦੇ ਰਹਿਣਗੇ। ਇਸ ਕਰਕੇ ਸਤਿਗੁਰ ਬਿਨ ਬੈਰਾਗ ਨਾ ਹੋਵੇ ਬੈਰਾਗੀ ਅੜੇ, ਜੇ ਲੋਚੈ ਸਭ ਕੋਏ ਵੜਾ ਹੰਬੈ, ਕਰਮ ਹੋਵੇ ਸਤਿਗੁਰ ਮਿਲੈ ਬੈਰਾਗੀ ਅੜੇ, ਸਹਿਜੇ ਪਾਵੈ ਸੋਏ ਵੜਾ ਹੰਬੈ। ਕਹੋ ਕਬੀਰ ਇੱਕ ਬੇਨਤੀ ਬੈਰਾਗੀ ਅੜੇ। ਕਬੀਰ ਸਾਹਿਬ ਕਹਿੰਦੇ ਝੂਠਿਆ ਬੈਰਾਗੀਆ, ਪਖੰਡੀਆ, ਤੇਰੇ ਅੱਗੇ ਮੇਰੀ ਇੱਕ ਬੇਨਤੀ ਹੈ, ਪਰ ਰੱਬ ਅੱਗੇ ਅਰਦਾਸ ਕਰ ਕਿ ਮੌਕੋ ਭੌਜਲ ਪਾਰ ਉਤਾਰ ਵਣਾ ਹੰਬੈ। ਮੈਂ ਝੂਠਾ ਬੈਰਾਗੀ ਆ, ਮੇਰੇ ਤੇ ਕਿਰਪਾ ਕਰ ਤੇ ਮੈਨੂੰ ਇਸ ਭਵਜਲ ਤੋਂ ਪਾਰ ਲਾ ਦੇ। ਪਾਰ ਹੋਣਾ ਗੁਰੂ ਦੇ ਗਿਆਨ ਨਾਲ, ਹੋਈਆਂ ਭੁੱਲਾਂ ਦੀ ਖਿਮਾ। ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।